ਵਾਲੀਏ ਕੁਲ ਆਲਮ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਪਵਿੱਤਰ ਫਤਿਹ ਬੁਲੰਦ ਕਰੀਏ। ਇਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਆਪਣੇ ਕਵਿਤਾਂ ਦੇ ਵਿੱਚ ਇੱਕ ਬਹੁਤ ਪਿਆਰੀ ਗੱਲ ਕਰਦੇ ਨੇ। ਕਬ ਲਾਗੈ ਮਸਤਕ ਚਰਨਨ ਰਜ, ਦਰਸ ਦਇਆ ਦ੍ਰਿਗਨ ਕਬ ਦੇਖੂੰ, ਅੰਮ੍ਰਿਤ ਬਚਨ ਸੁਨੋ ਕਬ ਸਰਵਨਨ, ਕਬ ਰਸਨਾ ਬੇਨਤੀ ਬਸੇਖੂੰ। ਕਿ ਉਹ ਸੁਭਾਗਾ ਸਮਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਵੇਲੇ ਆਉਂਦਾ ਹੈ ਜਦੋਂ ਸਿੱਖ ਆਪਣੇ ਗੁਰੂ ਦੀ ਦਰਬਾਰ ਦੇ ਵਿੱਚ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਾ ਹੋਵੇ, ਉਸ ਦਾ ਮਸਤਕ ਗੁਰੂ ਦੇ ਚਰਨਾਂ ਦੇ ਉੱਪਰ ਹੋਵੇ ਤੇ ਗੁਰੂ ਦੀ ਹੀ ਵਿਚਾਰ ਚੱਲ ਰਹੀ ਹੋਵੇ ਤੇ ਸਤ ਸੰਗਤ ਬੈਠੀ ਹੋਵੇ। ਪਰ ਕਹਿੰਦੇ ਇਹਦੇ ਤੋਂ ਸੁਭਾਗਾ ਸਮਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ। ਤੇ ਅੱਜ ਅਸੀਂ ਗੁਰਦੇਵ ਪਾਤਸ਼ਾਹ ਦੀ ਪਾਵਨ ਗੋਦ ਦੇ ਵਿੱਚ ਬੈਠ ਕੇ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਬਾਰੇ ਵਿਚਾਰ ਕਰਨ ਦਾ ਯਤਨ ਕਰਾਂਗੇ। ਕੁਝ ਇਤਿਹਾਸ ਤੋਂ ਲਾਂਭੇ ਹੋ ਕੇ, ਕਿਉਂਕਿ ਖਾਲਸਾ ਪ੍ਰਗਟ ਕਿਵੇਂ ਹੋਇਆ ਮੇਰੇ ਖਿਆਲ ਦੇ ਨਾਲ ਅਸੀਂ ਸਾਰੇ ਹੀ ਜਾਣਦੇ ਹਾਂ। ਔਰ ਬਹੁਤ ਵਾਰੀ ਇੱਕ ਲੰਬੇ ਸਮੇਂ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਉਸ ਸਾਰੇ ਇਤਿਹਾਸਿਕ ਵਰਤਾਰੇ ਨੂੰ ਬਾਰ-ਬਾਰ ਦੁਹਰਾਇਆ ਜਾ ਚੁੱਕਾ ਹੈ ਕਿ ਗੁਰਦੇਵ ਪਾਤਸ਼ਾਹ ਨੇ ਸੀਸ ਦੀ ਮੰਗ ਕੀਤੀ, ਉਸ ਤੋਂ ਬਾਅਦ ਪੰਜ ਸਿੰਘਾਂ ਨੇ ਸੀਸ ਭੇਟ ਕੀਤੇ, ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਖਾਲਸਾ ਪ੍ਰਗਟ ਕੀਤਾ। ਸੋ ਇਹ ਵਰਤਾਰਾ ਮੇਰੇ ਖਿਆਲ ਦੇ ਨਾਲ ਹੁਣ ਪ੍ਰਚਾਰਕਾਂ ਨੂੰ ਸੰਗਤ ਦੇ ਨਾਲ ਸਾਂਝਾ ਕਰਨ ਦੀ ਲੋੜ ਨਹੀਂ, ਬਲਕਿ ਅਸੀਂ ਹੁਣ ਆਪਣੇ ਬੱਚਿਆਂ ਤੱਕ ਇਸ ਵਰਤਾਰੇ ਨੂੰ ਸਾਂਝਾ ਕਰਨਾ ਹੈ। ਕਿਉਂਕਿ ਅਸੀਂ ਤਕਰੀਬਨ ਇਸ ਸਾਰੇ ਇਤਿਹਾਸਕ ਵਰਤਾਰੇ ਦੇ ਬਾਰੇ, ਜਾਂ ਫਿਰ ਜਦੋਂ ਗੁਰੂ ਸਾਹਿਬ ਨੇ ਸੰਗਤ ਕੀਨੀ ਖਾਲਸਾ, ਇਸ ਸਾਰੇ ਵਰਤਾਰੇ ਦੇ ਬਾਰੇ ਜਦੋਂ ਜਾਣਦੇ ਹਾਂ, ਇਤਿਹਾਸ ਦੇ ਬਾਰੇ ਜਾਣਦੇ ਹਾਂ, ਸਿੱਖ ਤੇ ਗੁਰਮਤਿ ਵਿਚਾਰਧਾਰਾ ਦੇ ਬਾਰੇ ਜਾਣਦੇ ਹਾਂ, ਤਾਂ ਇੱਕ ਤਾਂ ਹੁਣ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੀ ਭਵਿੱਖ ਦੀ ਪੀੜ੍ਹੀ ਤੱਕ ਇਸ ਗੱਲ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪ੍ਰਗਟ ਕਿਵੇਂ ਕੀਤਾ, ਔਰ ਅਸੀਂ ਖੰਡੇ ਬਾਟੇ ਦੀ ਪਾਹੂ ਲੈ ਕੇ ਖਾਲਸੀ ਕਿਉਂ ਬਣਨਾ ਹੈ। ਸੋ ਦੂਸਰੀ ਗੱਲ, ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਇੱਕ ਵਰਤਾਰਾ ਐਸਾ ਹੈ ਜਿਹੜਾ ਕਿਤੇ ਨਾ ਕਿਤੇ ਨਾਮਕਰਨ ਤੋਂ ਲੈ ਕੇ, ਵਰਤਾਰੇ ਤੋਂ ਲੈ ਕੇ, ਕਿਤੇ ਨਾ ਕਿਤੇ ਉਹ ਬੜੀ ਸੂਖਮਤਾ ਦੇ ਨਾਲ ਸਿੱਖ ਇਤਿਹਾਸ ਤੇ ਗੁਰਮਤਿ ਫਲਸਫੇ ਦੇ ਵਾਪਰੇ ਹੋਏ ਵਰਤਾਰਿਆਂ ਦੇ ਨਾਲ ਜੁੜਿਆ ਹੋਇਆ ਹੈ। ਮੈਂ ਕੇਵਲ ਜੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਪ੍ਰਗਟ ਕੀਤੇ ਖਾਲਸੇ ਦੇ ਸਮੇਂ ਪਹਿਲੇ ਪੰਜ ਸਿੰਘ, ਜਿਨ੍ਹਾਂ ਨੂੰ ਅਸੀਂ ਪੰਜ ਪਿਆਰਿਆਂ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ, ਜਦੋਂ ਅਸੀਂ ਕਰਮਵਾਰ ਨਾਮ ਦੀ ਗੱਲ ਕਰਾਂਗੇ ਕਿ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜਦੋਂ ਕਰਮਵਾਰ ਨਾਮ ਦੀ ਗੱਲ ਕਰਾਂਗੇ ਤਾਂ ਮਹਿਜ਼ ਇੱਕ ਨਾਮ ਨੇ, ਪਰ ਜਦੋਂ ਇਹਨਾਂ ਨਾਵਾਂ ਦੇ ਪਿੱਛੇ ਸੰਕਲਪ ਨੂੰ ਵੇਖਾਂਗੇ ਨਾ, ਤਾਂ ਫਿਰ ਪਤਾ ਲੱਗੇਗਾ ਕਿ ਪੰਜ ਪ੍ਰਧਾਨੀ ਸਿਸਟਮ ਤੇ ਪੰਜ ਪਿਆਰੇ ਜਿਹੜੇ ਨੇ, ਉਹਨਾਂ ਦੀ ਸਾਡੀ ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਦੇ ਵਿੱਚ ਅਹਿਮੀਅਤ ਕੀ ਹੈ। ਵੈਸੇ ਤਾਂ ਜੇ ਅਸੀਂ ਪੰਜ ਪਿਆਰਿਆਂ ਦੇ ਨਾਮ ਨੂੰ ਛੱਡ ਕੇ ਇੱਕ ਹੋਰ ਗੱਲ ਵੀ ਕਰੀਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੇ ਨਾਮ, ਸਾਹਿਬਜ਼ਾਦਿਆਂ ਦੇ ਨਾਮ, ਉਸ ਨਾਮਕਰਨ ਦੇ ਵਿੱਚ ਵੀ ਇਵੇਂ ਦਾ ਇੱਕ ਵਰਤਾਰਾ ਹੈ। ਇਹ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਕਰ ਰਿਹਾ ਮੇਰੀ ਉਹ ਭੈਣੋ, ਖਾਸ ਕਰਕੇ ਤੁਹਾਡੇ ਨਾਲ, ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਮਕਰਨ ਸਾਡੀ ਮਰਿਆਦਾ ਤੇ ਸਾਡੀ ਵਿਚਾਰਧਾਰਾ ਤੇ ਸਾਡੇ ਇਤਿਹਾਸਿਕ ਸਰੋਤਾਂ ਵਿੱਚੋਂ ਕਰਨ ਦਾ ਰੁਝਾਨ ਖਤਮ ਹੋ ਚੁੱਕਾ ਹੈ।
ਸਾਡੇ ਬੱਚਿਆਂ ਦੇ ਨਾਮ ਉਹ ਨਹੀਂ ਰਹਿ ਗਏ ਜੋ ਸਾਡੇ ਬੱਚਿਆਂ ਦੇ ਨਾਮ ਹੋਣੇ ਚਾਹੀਦੇ ਸੀ। ਬਹੁਤੇ ਨਾਮ ਤਾਂ ਇਵੇਂ ਦੇ ਨੇ, ਸਾਨੂੰ ਇਹ ਵੀ ਨਹੀਂ ਪਤਾ ਕਿ ਇਹ ਪੁਰਖਵਾਚਕ ਨੇ ਜਾਂ ਇਸਤਰੀਵਾਚਕ ਨੇ। ਅਸੀਂ ਆਪਣੇ ਲੜਕਿਆਂ ਦੇ ਨਾਮ ਡੌਲੀ ਰੱਖੇ ਹੋਏ ਨੇ, ਲੜਕਿਆਂ ਦੇ ਨਾਮ ਪਿੰਕੀ ਰੱਖੇ ਹੋਏ ਨੇ। ਸੋ ਕਿਤੇ ਨਾ ਕਿਤੇ ਇਸ ਵਰਤਾਰੇ ਨੂੰ ਤੁਹਾਨੂੰ ਸਮਝਣਾ ਤੇ ਪਵੇਗਾ ਨਾ ਕਿ ਸਾਡੇ ਨਾਮ ਕੀ ਸੀ। ਤੁਸੀਂ ਇਸਲਾਮ ਦੇ ਵਿੱਚ ਵੇਖੋ ਜਾ ਕੇ, ਇਸਲਾਮ ਦੇ ਵਿੱਚ ਕਦੀ ਵੀ ਤੁਹਾਨੂੰ ਬਾਹਰ ਭਾਵੇਂ ਕੋਈ ਕੁਝ ਕਵੇ, ਪਰਿਵਾਰ ਦੇ ਵਿੱਚ ਉਹਨਾਂ ਦੀ ਤਾਰੀਖ ਤੋਂ ਬਿਨਾਂ ਕੋਈ ਨਾਮ ਨਹੀਂ ਰੱਖਿਆ ਜਾਵੇਗਾ। ਔਰ ਉਹਨਾਂ ਦੇ ਵਿੱਚ ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਮਰਦ ਦਾ ਨਾਮ ਇਸਤਰੀਵਾਚਕ ਹੋਵੇ ਜਾਂ ਇਸਤਰੀ ਦਾ ਨਾਮ ਮਰਦਵਾਚਕ ਹੋਵੇ। ਇੰਜ ਨਹੀਂ ਹੁੰਦਾ। ਇੱਕ ਸਾਡੇ ਵਿੱਚ ਇਹ ਗੱਲ ਪਤਾ ਨਹੀਂ ਕਿਉਂ ਘਰ ਕਰਦੀ ਜਾ ਰਹੀ ਹੈ ਕਿ ਅਸੀਂ ਆਪਣੇ ਵਿਰਸੇ ਦੇ ਵਿੱਚੋਂ ਜਿਹੜਾ ਨਾਮਕਰਨ ਹੈ ਉਹ ਛੱਡ ਹੀ ਦਿੱਤਾ। ਹੁਣ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੇਕਰ ਅਸੀਂ ਫਰਜ਼ੰਦਾਂ ਦੇ ਨਾਮ ਦੀ ਗੱਲ ਕਰਦੇ ਹਾਂ, ਸਾਹਿਬਜ਼ਾਦਿਆਂ ਦੇ ਨਾਮ ਦੀ ਗੱਲ ਕਰਦੇ ਹਾਂ, ਤੇ ਇਹ ਇੱਕ ਐਸਾ ਵਰਤਾਰਾ ਹੈ, ਇਹਨੂੰ ਤੁਸੀਂ ਕਰਮਵਾਰ ਅਜੀਤ ਸਿੰਘ ਤੋਂ ਫਤਿਹ ਸਿੰਘ ਹੁਣਾਂ ਤੇ ਲੈ ਆਓ ਜਾਂ ਉਲਟ ਕਰਮ ਦੇ ਵਿੱਚ ਫਤਿਹ ਸਿੰਘ ਤੋਂ ਅਜੀਤ ਸਿੰਘ ਹੁਣਾਂ ਤੱਕ ਲੈ ਆਓ, ਤੁਹਾਨੂੰ ਇੱਕ ਇਹਦੇ ਵਿੱਚ ਇਕਸਾਰਤਾ ਨਜ਼ਰ ਆਵੇਗੀ। ਉਹ ਇੱਕ ਐਸਾ ਇਕਸਾਰਤਾ ਦਾ ਵਰਤਾਰਾ ਹੋਵੇਗਾ ਕਿ ਅਜੀਤ ਜਿਹੜਾ ਜਿੱਤਿਆ ਨਾ ਜਾ ਸਕੇ। ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਜਾਂਦੇ ਨੇ ਤਾਂ ਗੁਰਦੇਵ ਪਾਤਸ਼ਾਹ ਨੂੰ ਗੱਲ ਵੀ ਇਹੋ ਕਹਿੰਦੇ ਨੇ ਨਾ, ਉਹ ਕਹਿੰਦੇ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਯੁੱਧ ਸੇ ਜੀਤਾ ਨਾ ਆਊਂਗਾ। ਅਜੀਤ ਜਿਹੜਾ ਜਿੱਤਿਆ ਨਹੀਂ ਜਾ ਸਕਦਾ। ਤੇ ਜਿੱਤਿਆ ਕੌਣ ਨਹੀਂ ਜਾ ਸਕਦਾ? ਜਿਹਨੂੰ ਜੂਝਣਾ ਆਉਂਦਾ ਹੋਵੇ, ਜਿਹੜਾ ਜੁਝਾਰ ਹੋਵੇ। ਤੇ ਜੁਝਾਰ ਕੌਣ ਹੋ ਸਕਦਾ? ਜੂਝ ਕੌਣ ਸਕਦਾ ਹੈ? ਜਿਹੜਾ ਜ਼ੋਰਾਵਰ ਸਿੰਘ ਹੋਵੇ। ਕਮਜ਼ੋਰ ਬੰਦਾ ਲੜ ਹੀ ਨਹੀਂ ਸਕਦਾ। ਤੇ ਜਿਹੜਾ ਜ਼ੋਰਾਵਰ ਹੁੰਦਾ ਹੈ ਫਤਿਹ ਉਹਨੂੰ ਨਸੀਬ ਹੁੰਦੀ ਹੈ, ਕਮਜ਼ੋਰ ਬੰਦੇ ਨੂੰ ਫਤਿਹ ਨਸੀਬ ਨਹੀਂ ਹੁੰਦੀ। ਹੁਣ ਅਸੀਂ ਉਲਟ ਕਰਮ ਚ ਸ਼ੁਰੂ ਕਰ ਲਈਏ। ਫਤਿਹ ਕੌਣ ਪ੍ਰਾਪਤ ਕਰ ਸਕਦਾ ਹੈ? ਜਿਹੜਾ ਜ਼ੋਰਾਵਰ ਹੈ। ਜ਼ੋਰਾਵਰ ਫਤਿਹ ਕਿਵੇਂ ਪ੍ਰਾਪਤ ਕਰ ਸਕਦਾ ਹੈ? ਜੇ ਉਹਨੂੰ ਜੂਝਣਾ ਆਉਂਦਾ ਹੈ। ਤੇ ਜਿਹੜਾ ਨੂੰ ਜੂਝਣਾ ਆਉਂਦਾ ਹੈ ਉਹ ਕਦੀ ਜਿੱਤਿਆ ਨਹੀਂ ਜਾ ਸਕਦਾ। ਜਿਹੜੇ ਮਰਜ਼ੀ ਕਰਮ ਤੋਂ ਸ਼ੁਰੂ ਕਰ ਲਓ, ਇਹਨਾਂ ਦਾ ਨਾਮਕਰਨ ਦੇ ਵਿੱਚ ਕੋਈ ਪ੍ਰਭਾਵ ਤਾਂ ਪਿਆ ਹੈ ਨਾ, ਸਾਡਾ ਇਤਿਹਾਸਕ ਦ੍ਰਿਸ਼ਟੀਕੋਣ ਤਾਂ ਪਿਆ ਹੈ ਨਾ। ਹੁਣ ਤਾਂ ਕੁਝ ਵੀ ਨਹੀਂ ਸਾਡੇ ਕੋਲ। ਹੁਣ ਅਸੀਂ ਗੱਲ ਕਰੀਏ ਪੰਜ ਪਿਆਰਿਆਂ ਦੇ ਨਾਮਕਰਨ ਦੇ ਵਿੱਚੋਂ ਸਿੱਖ ਫਲਸਫੇ ਨੂੰ ਸਮਝਣ ਦਾ ਯਤਨ ਕਰੀਏ। ਦਇਆ। ਜੇ ਪਹਿਲਾਂ ਅਸੀਂ ਧਰਮ ਦੀ ਗੱਲ ਕਰਾਂਗੇ ਤੇ ਜੇਕਰ ਉਹਨੂੰ ਅਸੀਂ ਗੁਰਮਤ ਨਜ਼ਰੀਏ ਦੇ ਵਿੱਚ ਅਧਿਐਨ ਕਰਨ ਦਾ ਯਤਨ ਕਰਾਂਗੇ ਤਾਂ ਧੌਲ ਧਰਮ ਦਇਆ ਕਾ ਪੂਤ। ਧਰਮ ਤਾਂ ਉਪਜਦਾ ਹੀ ਦਇਆ ਦੇ ਵਿੱਚੋਂ ਹੈ। ਸੋ ਪਹਿਲਾਂ ਦਇਆ ਆਵੇਗੀ। ਜਦੋਂ ਤੁਸੀਂ ਸ੍ਰਿਸ਼ਟੀ ਦੇ ਉੱਪਰ ਦਇਆ ਦਾ ਪ੍ਰਭਾਵ ਸਿਰਜੋਗੇ ਤੇ ਫਿਰ ਲੋਕੀ ਕਹਿਣਗੇ ਕਿ ਇੰਨੇ ਦਇਆਵਾਨ ਮਨੁੱਖ ਦਾ ਧਰਮ ਕਿਹੜਾ। ਪਹਿਲਾਂ ਦਇਆ ਹੀ ਆਵੇਗੀ, ਉਸ ਤੋਂ ਬਾਅਦ ਧਰਮ ਆਵੇਗਾ। ਜਦੋਂ ਧਰਮ ਆਵੇਗਾ ਫਿਰ ਉਹਦੇ ਕਰਕੇ ਤੁਹਾਡੇ 'ਚ ਹਿੰਮਤ ਆਵੇਗੀ। ਜਦੋਂ ਤੁਹਾਡੇ 'ਚ ਹਿੰਮਤ ਆਵੇਗੀ ਫਿਰ ਤੁਸੀਂ ਕੋਈ ਐਸਾ ਕਾਰਜ ਕਰੋਗੇ ਜਿੱਤੇ ਤੁਸੀਂ ਦੁਨਿਆਵੀ ਮੋਹ ਨੂੰ ਕੰਮ ਕਰਕੇ ਛੱਡ ਕਰਕੇ ਪ੍ਰੀਤ ਦੇ ਨਾਲ ਜੁੜ ਜਾਵੋਗੇ। ਤੇ ਜਦੋਂ ਪ੍ਰੀਤ ਦੇ ਨਾਲ ਜੁੜ ਜਾਵੋਗੇ ਨਾ, ਫਿਰ ਗੁਰੂ ਕਹੇਗਾ ਉਹ ਸਾਹਿਬ ਮੈਂ ਉਸਕਾ ਚੇਰਾ ਸਾਹਿਬ। ਫਿਰ ਉਸ ਅਵਸਥਾ 'ਚ ਪਹੁੰਚੋਗੇ। ਸੋ ਇਸ ਸਾਰੇ ਵਰਤਾਰੇ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਇਤਿਹਾਸਕ ਦ੍ਰਿਸ਼ਟੀਕੋਣ ਦੇ ਵਿੱਚ। ਦਇਆ ਕੇਵਲ ਆਪਣਿਆਂ ਤੱਕ ਹੀ ਸੀਮਤ। ਦਇਆ ਦਾ ਤਾਂ ਸੰਕਲਪ ਆਪਣੇ ਆਪ ਦੇ ਵਿੱਚ ਇੰਨਾ ਖੁੱਲ੍ਹਾ ਹੈ ਕਿ ਦਇਆ ਦਾ ਪ੍ਰਭਾਵ ਤੇ ਦਇਆ ਦਾ ਸੰਕਲਪ ਇਸ ਪੱਧਰ ਦੇ ਉੱਪਰ ਪੈਦਾ ਹੋਵੇ ਕਿ ਜਿਸ ਮਨੁੱਖ ਦੇ ਉੱਪਰ ਦਇਆ ਕੀਤੀ ਜਾ ਰਹੀ ਹੈ ਜਾਂ ਜਿਹੜਾ ਵੀ ਦਇਆ ਦਾ ਪਾਤਰ ਹੈ, ਉਹ ਕਵੇ ਇਸ ਦਇਆ ਕਰਨ ਵਾਲੇ ਮਨੁੱਖ ਦਾ ਧਰਮ ਕਿਹੜਾ ਹੈ। ਗੱਲ ਦਇਆ ਤੋਂ ਧਰਮ ਤੇ ਜਾਵੇ। ਫਿਰ ਕਿਵੇਂ ਜਾਂਦੀ ਹੈ ਉਹ? ਭਾਈ ਤਾਰੂ ਸਿੰਘ, ਤੁਸੀਂ ਨਾਮ ਸੁਣਿਆ ਹੋਵੇਗਾ। ਮਾਤਾ ਦਾ ਨਾਮ ਧਰਮ ਕੌਰ, ਪਿਤਾ ਦਾ ਨਾਮ ਜੋਧ ਸਿੰਘ, ਭੈਣ ਦਾ ਨਾਮ ਬੀਬੀ ਤਾਰੋ ਤੇ ਭਰਾ ਦਾ ਨਾਮ ਭਾਈ ਤਾਰੂ ਸਿੰਘ, ਜਿਨ੍ਹਾਂ ਦੀ ਖੋਪੜੀ ਉਤਾਰੀ ਗਈ, ਸ਼ਹੀਦ ਕੀਤਾ ਗਿਆ। ਹੁਣ ਅਸੀਂ ਇਹ ਤੇ ਸਮਝਦੇ ਹਾਂ ਸ਼ਹੀਦ ਕੀਤਾ ਗਿਆ,
ਤੇ ਜਦੋਂ ਸ਼ਹੀਦ ਕੀਤਾ ਗਿਆ ਉਸ ਵੇਲੇ ਜ਼ਕਰੀਆ ਖਾਨ ਕੀ ਕਹਿ ਰਿਹਾ ਹੈ ਕਿ ਤੁਸੀਂ ਧਰਮ ਤਬਦੀਲ ਕਰ ਲਓ, ਤੁਸੀਂ ਆਪਣੇ ਧਰਮ ਨੂੰ ਛੱਡ ਕੇ ਦੀਨੇ ਇਸਲਾਮ ਦੇ ਵਿੱਚ ਆ ਜਾਓ। ਗੱਲ ਧਰਮ ਤੇ ਆ ਗਈ ਹੈ ਨਾ, ਕਿ ਤੁਸੀਂ ਆਪਣੇ ਧਰਮ ਨੂੰ, ਆਪਣੇ ਅਕੀਦੇ ਨੂੰ ਛੱਡ ਕੇ ਦੀਨੇ ਇਸਲਾਮ ਦੇ ਵਿੱਚ ਆ ਜਾਓ ਤੇ ਤੁਹਾਡੀ ਜਾਨ ਬਚ ਸਕਦੀ ਹੈ। ਪਰ ਕਦੀ ਇਸ ਧਰਮ ਦੇ ਉੱਪਰ ਗੱਲ ਕਿਉਂ ਆਈ? ਅਸੀਂ ਉਹਨਾਂ ਦਾ ਪਹਿਲਾ ਕਰਤੱਵ ਸਮਝਣ ਦਾ ਕਦੀ ਯਤਨ ਕੀਤਾ ਕਿ ਗੱਲ ਤਾਂ ਦਇਆ ਤੋਂ ਸ਼ੁਰੂ ਹੋਈ ਸੀ। ਧਰਮ ਦੇ ਉੱਪਰ ਤਾਂ ਉਦੋਂ ਆਈ ਜਦੋਂ ਉਹ ਮਕਤਲ ਦੇ ਵਿੱਚ ਨੇ, ਜਦੋਂ ਸ਼ਹੀਦ ਕੀਤਾ ਜਾਣਾ ਹੈ, ਉਦੋਂ ਉਹਨਾਂ ਦੇ ਸਾਹਮਣੇ ਇੱਕ ਆਫਰ ਹੈ, ਇੱਕ ਪੇਸ਼ਕਸ਼ ਹੈ ਕਿ ਜੇਕਰ ਤੁਸੀਂ ਆਪਣੇ ਧਰਮ ਨੂੰ ਛੱਡ ਕੇ, ਆਪਣੇ ਅਕੀਦੇ ਨੂੰ ਛੱਡ ਕੇ ਦੀਨੇ ਇਸਲਾਮ ਦੇ ਵਿੱਚ ਆਉਂਦੇ ਹੋ ਤੇ ਜਾਨ ਬਚ ਸਕਦੀ ਹੈ। ਪਰ ਉਹਦੀ ਸ਼ੁਰੂਆਤ ਕਿਵੇਂ ਹੋਈ? ਆਪਣੇ ਘਰ ਦੇ ਵਿੱਚ ਨੇ, ਉਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਨੇ। ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਜੰਗਲਾਂ ਦੇ ਵਿੱਚ ਜਾ ਚੁੱਕੇ ਨੇ, ਜਿਨ੍ਹਾਂ ਨੂੰ ਨਾ ਮਿਲ ਵਰਤਨੀਏ ਸਿੰਘ ਕਿਹਾ ਜਾਂਦਾ ਸੀ, ਜਿਹੜੇ ਹਕੂਮਤ ਦੇ ਖਿਲਾਫ ਲੜਦੇ ਸੀ। ਤੇ ਕੁਝ ਉਹ ਵੀ ਨੇ ਜਿਹੜੇ ਲੜਦੇ ਨਹੀਂ, ਪਿੰਡਾਂ ਦੇ ਵਿੱਚ ਖੇਤੀ ਕਰ ਰਹੇ ਨੇ, ਪਰ ਉਹ ਉਹਨਾਂ ਦੇ ਨਾਲ ਹਮਦਰਦੀ ਜ਼ਰੂਰ ਰੱਖਦੇ ਨੇ। ਉਹਨਾਂ ਹੀ ਪਰਿਵਾਰਾਂ ਦੇ ਵਿੱਚੋਂ ਹੈ ਭਾਈ ਤਾਰੂ ਸਿੰਘ। ਬੇਸ਼ੱਕ ਭਾਈ ਤਾਰੂ ਸਿੰਘ ਆਪ ਜੰਗਲ ਦੇ ਵਿੱਚ ਨਹੀਂ ਗਏ, ਉਹ ਆਪ ਜੂਝ ਨਹੀਂ ਰਹੇ, ਪਰ ਜਿਹੜੇ ਜੂਝਣ ਵਾਲੇ ਸਿੰਘ ਨੇ ਉਹਨਾਂ ਦੇ ਨਾਲ ਹਮਦਰਦੀ ਇੰਨੀ ਹੈ ਕਿ ਮਾਂ ਤੇ ਭੈਣ ਬੀਬੀ ਧਰਮ ਕੌਰ ਔਰ ਉਹਨਾਂ ਦੀ ਭੈਣ ਤਾਰੂ ਸਾਰਾ ਦਿਨ ਚੱਕੀ ਪੀਸਦੀਆਂ ਨੇ। ਜਿੰਨਾ ਕੁ ਆਟਾ ਪੀਸਿਆ ਜਾਂਦਾ ਹੈ ਉਹਦੇ ਪ੍ਰਸ਼ਾਦੇ ਤਿਆਰ ਕਰਦੀਆਂ ਨੇ, ਤੇ ਬੇਟਾ ਤਾਰੂ ਸਿੰਘ ਉਹ ਲੈ ਕੇ ਜੰਗਲ 'ਚ ਸਿੰਘਾਂ ਨੂੰ ਛਕਾਉਣ ਚਲਾ ਜਾਂਦਾ ਹੈ। ਬੇਸ਼ੱਕ ਉਹ ਆਪ ਮੈਦਾਨੇ ਜੰਗ 'ਚ ਨਹੀਂ ਲੜ ਰਿਹਾ, ਪਰ ਮੈਦਾਨੇ ਜੰਗ 'ਚ ਜੂਝਣ ਵਾਲੀ ਕੌਮ ਦਾ ਇੱਕ ਹਿੱਸਾ ਹੈ। ਇੱਕ ਦਿਨ ਰਾਤ ਨੂੰ ਉਸ ਦਾ ਦਰਵਾਜ਼ਾ ਖੜਕਦਾ ਹੈ, ਉਹ ਦਰਵਾਜ਼ਾ ਖੋਲਦਾ ਹੈ। ਇੱਕ ਬਜ਼ੁਰਗ ਮੁਸਲਮਾਨ ਕਹਿੰਦਾ ਹੈ ਕਿ ਮੈਨੂੰ ਹਨੇਰਾ ਬਹੁਤ ਹੋ ਗਿਆ ਹੈ, ਮੈਂ ਲਾਹੌਰ ਵਾਲੇ ਪਾਸੇ ਤੋਂ ਆ ਰਿਹਾ, ਮੇਰੇ ਵਾਸਤੇ ਰਹਿਣ ਦੀ ਕੋਈ ਜਗ੍ਹਾ ਨਹੀਂ, ਕੋਈ ਸਰਾਂ ਨਹੀਂ, ਕੋਈ ਰਿਹਾਇਸ਼ ਨਹੀਂ, ਕੀ ਮੈਂ ਤੁਹਾਡੇ ਘਰ ਦੇ ਵਿੱਚ ਰਾਤ ਗੁਜ਼ਾਰ ਸਕਦਾ ਹਾਂ? ਇਸ ਮੁਸਲਮਾਨ ਦਾ ਨਾਮ ਹੈ ਰਹੀਮ ਬਖਸ਼, ਔਰ ਇਹ ਕੰਮ ਕਰਦਾ ਹੈ ਦਰਿਆ ਦੇ ਉੱਪਰ ਮੱਛੀਆਂ ਫੜਨ ਦਾ। ਇਸ ਕਰਕੇ ਸਰੋਤਾਂ ਦੇ ਵਿੱਚ ਰਹੀਮ ਬਖਸ਼ ਮਾਸ਼ੀ ਸ਼ਬਦ ਆਉਂਦਾ ਹੈ। ਪੁੱਲਾ ਨਗਰ ਜਿਹੜਾ ਉਹ ਵੀ ਦਰਿਆ ਦੇ ਜ਼ਿਆਦਾ ਦੂਰ ਨਹੀਂ ਹੈਗਾ, ਨੇੜੇ ਹੈ, ਤੇ ਉਸ ਇਲਾਕੇ ਦਾ ਹੋਣ ਕਰਕੇ ਇਹ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ। ਭਾਈ ਸਾਹਿਬ ਆਪਣੇ ਘਰ ਦੇ ਵਿੱਚ ਉਸ ਨੂੰ ਰੱਖਦੇ ਨੇ, ਪ੍ਰਸ਼ਾਦਾ ਛਕਾਉਂਦੇ ਨੇ, ਤੇ ਫਿਰ ਅਚਾਨਕ ਪੁੱਛਦੇ ਨੇ ਇੰਨੀ ਰਾਤ ਕਿਉਂ, ਕਿਹੜੀ ਸਮੱਸਿਆ ਹੈ ਤੁਹਾਡੀ? ਉਹ ਬਜ਼ੁਰਗ ਮੁਸਲਮਾਨ ਕਹਿੰਦਾ ਹੈ ਕਿ ਬੜਾ ਦੁਖੀ ਹਾਂ, ਰੋਣਾ ਸ਼ੁਰੂ ਕਰ ਦਿੰਦਾ ਹੈ। ਭਾਈ ਤਾਰੂ ਸਿੰਘ ਕਹਿੰਦਾ ਕਿ ਸਮੱਸਿਆ ਦੱਸੋ, ਹੋ ਸਕਦਾ ਹੈ ਤੁਹਾਡੀ ਸਮੱਸਿਆ ਦਾ ਹੱਲ ਇਸ ਗੁਰੂ ਦੇ ਸਿੱਖ ਦੇ ਕੋਲ ਹੋਵੇ। ਕਹਿੰਦਾ ਸਮੱਸਿਆ ਇਹ ਹੈ ਕਿ ਪੱਟੀ ਦਾ ਹਾਕਮ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਿਆ। ਮੈਂ ਪੱਟੀ ਦੇ ਹਾਕਮ ਦੇ ਕੋਲ ਜਾ ਕੇ ਵੀ ਰੋਇਆ, ਮੇਰੀ ਬੇਟੀ ਨੂੰ ਛੱਡ ਦੇ, ਉਹਨੇ ਨਹੀਂ ਛੱਡਿਆ। ਉਸ ਤੋਂ ਬਾਅਦ ਮੈਂ ਨਸ਼ਹਿਰੇ ਵਾਲੇ ਹਾਕਮ ਦੇ ਕੋਲ ਜਾ ਕੇ ਰੋਇਆ, ਉਸਨੇ ਮੇਰੀ ਬੇਟੀ ਨੂੰ ਨਹੀਂ ਛੱਡਿਆ। ਫਿਰ ਮੈਂ ਅੱਜ ਲਾਹੌਰ ਗਿਆ ਸੀ, ਕਿ ਲਾਹੌਰ ਤਾਂ ਸੂਬਾ ਹੈ ਨਾ, ਗਵਰਨਰ ਹੈ ਨਾ, ਉੱਥੇ ਤਾਂ ਮੇਰੀ ਗੱਲ ਸੁਣੀ ਜਾ ਸਕਦੀ ਹੈ ਨਾ, ਤਾਂ ਉਹ ਤਾਂ ਪੱਟੀ ਦੇ ਛੋਟੇ ਜਿਹੇ ਹਾਕਮ ਨੂੰ ਕਹਿ ਸਕਦਾ ਨਾ ਇਹਦੀ ਬੇਟੀ ਨੂੰ ਵਾਪਸ ਦੇ ਦਿਓ। ਪਰ ਕਹਿੰਦਾ ਜਦੋਂ ਮੈਂ ਦਰਬਾਰ ਦੇ ਵਿੱਚ ਗਿਆ ਨਾ, ਤੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਕਿ ਤੇਰੀ ਬੇਟੀ ਜੇ ਕਿਸੇ ਮੁਗਲ ਹਕੂਮਤ ਦੇ ਹਾਕਮ ਨੇ ਚੁੱਕ ਲਈ ਹੈ ਤੇ ਵਾਪਸ ਨਹੀਂ ਕੀਤੀ ਜਾ ਸਕਦੀ। ਹੁਣ ਖਿਆਲ ਕਰੋ, ਰਾਜ ਮੁਸਲਮਾਨ ਦਾ, ਜਿਹੜੀ ਬੇਟੀ ਚੁੱਕੀ ਗਈ ਉਹ ਮੁਸਲਮਾਨ, ਜਿਸ ਦੀ ਬੇਟੀ ਚੁੱਕੀ ਹੈ ਉਹ ਵੀ ਮੁਸਲਮਾਨ, ਜਿਹੜਾ ਫਰਿਆਦ ਲੈ ਕੇ ਗਿਆ ਹੈ ਉਹ ਵੀ ਮੁਸਲਮਾਨ, ਜਿਹੜਾ ਚੁੱਕ ਕੇ ਲੈ ਗਿਆ ਹੈ ਉਹ ਵੀ ਮੁਸਲਮਾਨ, ਜਿਹਦੇ ਕੋਲ ਫਰਿਆਦ ਹੋਈ ਹੈ ਉਹ ਵੀ ਮੁਸਲਮਾਨ। ਪਰ ਉੱਥੇ ਦਇਆ ਸਿੱਖ ਕਰ ਰਿਹਾ ਹੈ। ਕਹਿੰਦਾ ਜੇ ਤੁਸੀਂ ਸਾਰਿਆਂ ਤੋਂ ਨਿਰਾਸ਼ ਹੋ ਚੁੱਕੇ ਹੋ ਨਾ, ਤਾਂ ਖਾਲਸਾ ਤੁਹਾਡੀ ਬੇਟੀ ਨੂੰ ਵਾਪਸ ਲੈ ਕੇ ਆਵੇਗਾ। ਅਗਲੇ ਦਿਨ ਭਾਈ ਤਾਰੂ ਸਿੰਘ ਜਦੋਂ ਜੰਗਲ ਦੇ ਵਿੱਚ ਗਏ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਾਸਤੇ, ਤੇ ਇਹ ਸਾਰੀ ਵਾਰਤਾਲਾਪ ਦੱਸ ਦਿੱਤੀ ਕਿ ਪੱਟੀ ਦਾ ਹਾਕਮ ਜਿਹੜਾ ਰਹੀਮ ਬਖਸ਼ ਨਾਮ ਦੇ ਇੱਕ ਗਰੀਬ ਦੀ ਬੇਟੀ ਨੂੰ ਚੁੱਕ ਕੇ ਲੈ ਗਿਆ। ਸਿੰਘਾਂ ਨੇ
दूसरे तीसरे दिन पट्टी के उपर हमला किया। पट्टी के हाकम के कोलों उस बच्ची नूं छुड़ा के परिवार तक भेज दिता। जदों ये गल फैली तो सब तो पहला जिहड़े उस इलाके के मुखबर सी, जिन्हां च अकलदास सी, साहिब राय नशारे वाला सी, रामा रंधावा सी, हर्षा शीनी तो रहन वाला कर्मा शीना सी, इन्हां सारियां दे च एक गल चलदी है कि इस बच्ची नूं पट्टी दे नवाब ने चुक्या है ते सिखां ने हमला करके छडाया है। सिखां तक ये गल कौन लैके गया, इस गल की घोख की जाती है तो पता लगता है कि उस बच्ची का बाप भाई तारू सिंह के घर ठहरिया सी ते फिर बहाना बना के कि भाई तारू सिंह दे ਸਿੰਘਾਂ ਦੇ ਨਾਲ संबंध ने भाई तारू सिंह ਨੂੰ गिरफ्तार कर लिया जाता है। गिरफ्तार करन तो बाद जिथे मैं फिर उस मकतल दे विच आ जावां जिथे उन्होंने शहीद किया जाना है, तो उस वेले उन्होंने कोल एक पेशकश है, एक ऑफर है कि जे तुसी अपने धर्म नूं छड्ड के दीने इस्लाम दे विच आ जांदे हो तो जिंदगी जी सकते हो। हुण ये जदों धर्म छड्डण दी ते दूजा धर्म अपनाउण दी गल आई, ये शुरू कित्थों होई सी? क्योंकि सब तो पहला हिरदे दे विच दया पैदा हुई सी। सब तो पहला दया पैदा हुई ते उस दया दे विचों उन्हां दा हिरदा द्रव्या ते उन्होंने उस मुसलमान परिवार की मदद कर दी। उस मदद करन दे बदले उन्हों दे वास्ते ये पेशकश है कि जां दीने इस्लाम च आ जाओ तो जां फिर मौत प्रवान करो, तो भाई साहब उत्थे शहादत प्रवान करते हैं। असी जानते हैं कि किस तरह के नाल फिर उन्होंने शहीद किया जाता है। हुण जदों दया दे विचों धर्म पैदा होंदा है तो फिर धर्म की है? क्योंकि बहुत सारिया अजकल तो जिहड़ी लैफ्टिस्ट आइडियोलॉजी के विचों व्याख्या आ रही ने, जिहड़ियां परिभाषावां आ रही ने, वो तो कह रहे हैं कि कुदरत ही नियम है और धर्म की लोड़ ही नहीं है। लैफ्टिस्ट आइडियोलॉजी तो यह कह रही है कि धर्म की लोड़ ही नहीं है मनुख, पर यह समझण तो बिना ही कि धर्म की परिभाषा की है, असी ये कहना शुरू कर दिता धर्म की लोड़ नहीं है। धर्म मूल रूप दे विच संस्कृत का मूल धातु शब्द है त्री, और त्री का अर्थ है धारण करना, ते धारण करन दा भाव है धर्म, ते जिसने धारण कर लिया वो धर्मी। कि कुदरत दे नियम ही जेकर धर्म ने ते फिर कुदरत नूं बनाउण वाला ही तो कोई है ना। तुसी गुरबाणी दे इस फैसले तो इनकारी हो जाओगे कि दुई कुदरत साजिए कर आसन डिठो चाओ, कि उस परमात्मा ने कुदरत नूं साजिया ते हुण उस कुदरत दे विच ही बैठा होया है, वो उसका सराकार स्वरूप है कि हर एक दे विच परमात्मा है, पर नज़र हर एक सानू आ रहा है, पर जो नहीं नज़र आ रहा उसका निराकार रूप है। सो चंगे गुणां नूं धारण करना ते उस चंगे गुणां नूं धारण करन उपरंत उच्च म्यारी नैतिक कदरां कीमतां दे नाल जिंदगी नूं जीना, ये धर्म है। ते उहदा पहला जिहड़ा आधार है वो दया है। जेकर तुसी जालम हो तुसी किवें धर्मी हो सकते हो? जेकर तुहाडे मन च दया नहीं तुसी किवें धर्मी हो सकते हो? जेकर तुसी बेइंसाफी करते हो किवें धर्मी हो सकते हो? जेकर असी करप्ट धर्मी किवें हो सकते हैं? पर इन्हां सारियां चीज़ों तो मुक्त होने का पहला कारण यह है, तुसी करप्शन क्यों नहीं करोगे? तुसी कहोगे नहीं मैं लोगों ते दया करना चाहुंदा, मैं किसी का हक नहीं खाना चाहता। तुसी बेइंसाफी नहीं करोगे, तुसी दया करोगे कि नहीं मैं किसी दे नाल बेइंसाफी नहीं करना चाहता। मेरे गुरु ने मैनू कहा कि 8 8
ਜੀ ਦਇਆ ਪ੍ਰਵਾਨ। ਹੁਣ ਉਹਦੇ 'ਚ ਧਰਮ ਨੂੰ ਸਮਝਣਾ ਪਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਲਾਹੌਰ ਦੇ ਕੋਲ ਪਹੁੰਚੇ ਤੇ ਲਾਹੌਰ ਦੇ ਕੋਲ ਇੱਕ ਪਿੰਡ ਹੈ ਚਬੁਰਜੀ। ਚਬੁਰਜੀ ਦੇ ਨੇੜੇ ਦੇ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਵਿਚਰ ਰਹੇ ਨੇ ਤੇ ਇੱਕ 13 ਸਾਲ ਦਾ ਬਾਲਕ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ। ਉਸ ਬਾਲਕ ਦਾ ਨਾਮ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ 11ਵੀਂ ਵਾਰ ਦੀ 13ਵੀਂ ਪੌੜੀ ਦੀ ਪਹਿਲੀ ਪੰਕਤੀ ਦੇ ਵਿੱਚ ਉਹਦਾ ਨਾਮ ਵੀ ਤਾਰੂ ਜੀ ਦੱਸਿਆ। ਉਹ 13 ਸਾਲ ਦਾ ਬੱਚਾ ਆ ਕੇ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਕਰਦਾ ਹੈ। ਉਹ ਸਵਾਲ ਇਹ ਕਰਦਾ ਹੈ ਕਿ ਮੈਂ ਧਾਰਮਿਕ ਜੀਵਨ ਜਾਚ ਨੂੰ ਜਿਉਣਾ ਚਾਹੁੰਦਾ ਹਾਂ ਤੇ ਗਿਆਨ ਹਾਸਲ ਕਰਨਾ ਚਾਹੁੰਦਾ ਹਾਂ ਧਰਮ ਦਾ। ਹੁਣ 13 ਸਾਲ ਦਾ ਬੱਚਾ ਇਹ ਸਵਾਲ ਕਰੇ ਗੁਰੂ ਸਾਹਿਬ ਨੂੰ ਕਿ ਮੈਂ ਧਰਮ ਦਾ ਗਿਆਨ ਹਾਸਲ ਕਰਨਾ ਚਾਹੁੰਦਾ ਹਾਂ, ਤੇ ਗੁਰੂ ਸਾਹਿਬ ਨੇ ਉਸ ਦਾ ਜਵਾਬ ਨਹੀਂ ਦਿੱਤਾ। ਪਹਿਲਾਂ ਉਸ ਦੇ ਸਵਾਲ ਦੇ ਉੱਪਰ ਇੱਕ ਸਵਾਲ ਕੀਤਾ। ਕਹਿੰਦੇ ਬੇਟਾ, ਮੈਂ ਤੇਰੇ ਸਵਾਲ ਦਾ ਜਵਾਬ ਤੇ ਬਾਅਦ ਦੇ ਵਿੱਚ ਦੇਵਾਂਗਾ, ਪਹਿਲਾਂ ਤੂੰ ਮੈਨੂੰ 1 ਸਾਲ ਦਾ ਜਵਾਬ ਦੇ ਕਿ ਤੇਰੀ ਇੰਨੀ ਛੋਟੀ ਉਮਰ ਦੇ ਵਿੱਚ ਤੇਰੇ ਮਨ ਦੇ ਵਿੱਚ ਇਹ ਗੱਲ ਕਿਵੇਂ ਆਈ। ਪਹਿਲਾ ਸਵਾਲ ਤਾਂ ਮੈਂ ਤੈਨੂੰ ਕਰਨਾ ਚਾਹੁੰਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੇਰੇ ਮਨ ਦੇ ਵਿੱਚ ਇਹ ਗੱਲ ਕਿਵੇਂ ਆ ਗਈ ਕਿ ਮੈਂ ਗਿਆਨ ਹਾਸਲ ਕਰਨਾ ਚਾਹੁੰਦਾ ਹਾਂ ਧਰਮ ਦਾ। ਬੱਚੇ ਦਾ ਜਵਾਬ ਬੜਾ ਪਿਆਰਾ ਹੈ। ਹੁਣ ਤਾਂ ਸਾਡੇ ਘਰਾਂ ਦੇ ਵਿੱਚ ਉਹ ਰਿਵਾਜ਼ ਨਹੀਂ ਰਹਿ ਗਏ ਕਿ ਅਸੀਂ ਲੱਕੜੀ ਬਾਲ ਕੇ ਰੋਟੀ ਪਕਾਈਏ, ਪਰ ਉਹ ਬੱਚਾ ਉਹਨਾਂ ਸਮਿਆਂ ਦੇ ਮੁਤਾਬਕ ਜਵਾਬ ਦਿੰਦਾ। ਕਹਿੰਦਾ ਬਾਬਾ, ਮੈਂ ਜਦੋਂ ਖੇਡ ਕੇ ਘਰ ਜਾਂਦਾ ਨਾ ਤੇ ਮੇਰੀ ਮਾਂ ਰੋਟੀ ਪਕਾਉਣ ਦੇ ਵਾਸਤੇ ਲੱਕੜਾਂ ਅੱਗ ਦੇ ਵਿੱਚ ਬਾਲ ਰਹੀ ਹੁੰਦੀ ਹੈ, ਤੇ ਮੈਂ ਰੋਜ਼ ਵੇਖਦਾ ਹਾਂ ਕਿ ਜਿਹੜੀਆਂ ਵੱਡੀਆਂ ਲੱਕੜਾਂ ਨੇ ਉਹ ਤਾਂ ਫਿਰ ਵੀ ਸੜਦੀਆਂ ਕੁਝ ਵਕਤ ਕੱਢ ਜਾਂਦੀਆਂ ਨੇ, ਪਰ ਜਿਹੜੀਆਂ ਛੋਟੀਆਂ ਲੱਕੜਾਂ ਨੇ ਉਹ ਬਹੁਤ ਛੇਤੀ ਸੜ ਜਾਂਦੀਆਂ ਨੇ। ਤੇ ਮੈਨੂੰ ਇਹ ਵੀ ਕਿਸੇ ਨੇ ਦੱਸਿਆ ਕਿ ਅਸੀਂ ਸਾਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਆ। ਪਰਮਾਤਮਾ ਜਦੋਂ ਚਾਹੇ ਸਾਨੂੰ ਖਤਮ ਕਰ ਸਕਦਾ, ਸਾਨੂੰ ਸੱਦ ਸਕਦਾ ਹੈ। ਮੈਂ ਇਹ ਸਵਾਲ ਇਸ ਕਰਕੇ ਕੀਤਾ ਹੈ ਕਿ ਛੋਟੀਆਂ ਲੱਕੜਾਂ ਦੇ ਵਾਂਗ ਕਿਤੇ ਮੇਰੀ ਜ਼ਿੰਦਗੀ ਘੱਟ ਹੋਈ ਤਾਂ ਕੀ ਮੈਂ ਗਿਆਨ ਤੋਂ ਹੀਣਾ ਹੀ ਸੰਸਾਰ ਤੋਂ ਚਲਾ ਜਾਵਾਂਗਾ। ਸਵਾਲ ਤੁਸੀਂ ਵੇਖੋ ਕਿੱਥੋਂ ਪੈਦਾ ਹੋਇਆ। ਗੁਰੂ ਸਾਹਿਬ ਨੇ ਗੱਲ ਦੇ ਨਾਲ ਲਾ ਲਿਆ। ਗੁਰੂ ਨਾਨਕ ਸਾਹਿਬ ਨੇ ਕਹਿੰਦੇ ਬੇਟਾ, ਫਿਰ ਮੈਂ ਤੇਰੇ ਸਵਾਲ ਦਾ ਜਵਾਬ ਇਹ ਦਿੰਦਾ ਕਿ ਮਨੁੱਖਤਾ ਦੇ ਉੱਪਰ ਕੀਤੀ ਦਇਆ ਦੇ ਵਿੱਚੋਂ ਧਰਮ ਉਪਜਦਾ ਹੈ, ਤੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਦੇ ਵਿੱਚ ਬਿਲਕੁਲ ਨਿਰਸਵਾਰਥ ਹੋ ਕੇ ਲਗਾ ਦਿਓ ਤਾਂ ਉਹੀ ਧਰਮ ਦੇ ਗਿਆਨ ਦੀ ਪ੍ਰਾਪਤੀ ਹੈ। ਵਕਤ ਬੀਤਿਆ, ਇਹ ਬੱਚਾ ਜਵਾਨ ਹੋਇਆ ਤੇ 1526 ਦੇ ਕਰੀਬ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕਰ ਦਿੱਤਾ, ਜਿਸ ਦਾ ਜ਼ਿਕਰ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਹੀ ਪੜ੍ਹਦੇ ਹਾਂ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇਲਾ ਲੋ। ਬਾਬਰ ਆਪ ਤਾਂ ਇੱਧਰ ਦਿੱਲੀ ਵਾਲੇ ਪਾਸੇ ਅਲਾ ਗਿਆ, ਪਰ ਉਹਦੇ ਨਾਲ ਜਿਹੜੇ ਆਏ ਉਸ ਦੇ ਨਾਇਬ ਤੇ ਮਨਸਬਦਾਰ ਸੀ, ਉਹਨਾਂ ਛੋਟੇ ਛੋਟੇ ਸ਼ਹਿਰਾਂ ਨੂੰ ਲੁੱਟਣਾ ਤੇ ਸ਼ਹਿਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਲਾਹੌਰ ਸ਼ਹਿਰ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ। ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਲੋਕਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ। ਤੇ ਇਹ ਬੱਚਾ ਜਿਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲੋਂ ਧਰਮ ਦੀ ਦੀਖਿਆ ਲਈ ਸੀ, ਇਹ ਹੁਣ ਜਵਾਨ ਹੋ ਚੁੱਕਾ। ਹੁਣ ਇਹਦੇ ਤੱਕ ਇਹ ਖਬਰ ਪਹੁੰਚੀ ਕਿ ਲਾਹੌਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸ਼ਹਿਰ ਨੂੰ ਅੱਗ ਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ, ਘਰ ਸਾੜੇ ਜਾ ਰਹੇ ਨੇ। ਇਹ ਆਪਣੇ ਘਰੋਂ ਪਾਣੀ ਵਾਲੀ ਮਸ਼ਕ ਲੈਂਦਾ ਹੈ ਤੇ ਲਾਹੌਰ ਆ ਜਾਂਦਾ। ਲਾਹੌਰ ਆ ਕੇ ਇਹ ਖੂਹ ਚੋਂ ਪਾਣੀ ਭਰਦਾ ਹੈ ਤੇ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਣੀ ਸ਼ੁਰੂ ਕਰ ਦਿੰਦਾ। ਬਾਬਰ ਦੇ ਸਿਪਾਹੀ ਅੱਗ ਲਾ ਰਹੇ ਨੇ ਤੇ ਗੁਰੂ ਨਾਨਕ ਦਾ ਸਿੱਖ ਅੱਗ ਬੁਝਾ ਰਿਹਾ। ਜਦੋਂ ਸਿਪਾਹੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਨੌਜਵਾਨ ਉਸ ਅੱਗ ਨੂੰ ਬੁਝਾ ਰਿਹਾ ਹੈ ਤੇ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ। ਹੁਣ ਬਿਲਕੁਲ ਉਹੀ ਵਰਤਾਰਾ, ਉਹੀ ਵਾਰਤਾਲਾਪ ਗੁਰੂ ਨਾਨਕ ਸਾਹਿਬ ਵਰਗੀ ਜਿਹੜੀ ਇਹਦੇ ਬਚਪਨ ਦੇ ਵਿੱਚ ਹੋਈ ਸੀ। ਸਿਪਾਹੀ ਇਸ ਨੂੰ ਸਵਾਲ ਕਰਦੇ ਨੇ ਕਿ ਤੂੰ ਅੱਗ ਬੁਝਾ ਕਿਉਂ ਰਿਹਾ ਹੈ। ਇਸ ਦਾ ਜਵਾਬ ਹੈ ਕਿ ਮੈਂ ਇਸ ਗੱਲ ਦਾ ਜਵਾਬ ਬਾਅਦ ਵਿੱਚ ਦਵਾਂਗਾ, ਪਹਿਲਾਂ ਤੁਸੀਂ ਦੱਸੋ ਅੱਗ ਲਗਾ ਕਿਉਂ ਰਹੇ। ਇਹ ਹੈ ਧਰਮੀ ਹੋਣ ਦੀ ਨਿਸ਼ਾਨੀ
ਕਿਸੇ ਦੇ ਨਾਲ ਬੇਇਨਸਾਫੀ ਹੋ ਰਹੀ ਹੋਵੇ ਤੇ ਅਸੀਂ ਚੁੱਪ ਰਹੀਏ ਤੇ ਅਸੀਂ ਧਰਮੀ ਨਹੀਂ ਹੈਗੇ। ਫਿਰ ਇਹਦਾ ਮਤਲਬ ਹੈ ਕਿ ਸਾਡੇ ਮਨ 'ਚ ਦਇਆ ਹੈ ਹੀ ਨਹੀਂ ਕਿਸੇ ਪ੍ਰਤੀ, ਤੇ ਜੇ ਦਇਆ ਹੈ ਹੀ ਨਹੀਂ ਅਸੀਂ ਧਰਮੀ ਨਹੀਂ ਹੈਗੇ। ਧਰਮ ਤਾਂ ਉਪਜਦਾ ਹੀ ਦਇਆ ਦੇ ਵਿੱਚੋਂ ਹੈ। ਔਰ ਧਰਮ ਨਿਰਪੱਖ ਕਹਿ ਦੇਣਾ ਬੜੀ ਵੱਡੀ ਗੱਲ ਹੁੰਦੀ ਹੈ, ਪਰ ਧਰਮ ਨਿਰਪੱਖ ਹੋਣ ਦੇ ਵਾਸਤੇ ਵੀ ਧਰਮ ਦੇ ਉੱਚ ਮਿਆਰੀ ਨੈਤਿਕ ਗੁਣਾਂ ਨੂੰ ਨਿਭਾਉਣਾ ਪੈਂਦਾ। ਇਹ ਸਭ ਤੋਂ ਔਖਾ ਹੁੰਦਾ। ਕਈ ਵਾਰੀ ਸਰਕਾਰਾਂ ਕਹਿ ਦਿੰਦੀਆਂ ਜੇ ਅਸੀਂ ਧਰਮ ਨਿਰਪੱਖ ਸਰਕਾਰ ਹਾਂ। ਮਿਸਾਲ ਦੇ ਤੌਰ ਤੇ, ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਕੁ ਇਸ ਗੱਲ ਨੂੰ ਸਮਝਦੇ ਹੋ ਜਾਂ ਇਸ ਗੱਲ ਦੇ ਨਾਲ ਕਿੰਨੇ ਕੁ ਸਹਿਮਤ ਹੋ। ਮੇਰੇ ਖਿਆਲ ਦੇ ਨਾਲ ਹੁਣ ਪੂਜਾ ਦੇ ਦਿਨ ਚੱਲ ਰਹੇ ਸੀ ਤੇ ਦਿੱਲੀ ਸਰਕਾਰ ਦੇ ਵੱਲੋਂ ਮਾਸ ਦੇ ਉੱਪਰ ਪਾਬੰਦੀ ਲਾਈ ਗਈ। ਬਹੁਤ ਸਾਰੇ ਲੋਕਾਂ ਨੇ ਇਸ ਦਾ ਸਵਾਗਤ ਵੀ ਕੀਤਾ, ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕੀਤਾ। ਉਹਦਾ ਕਾਰਨ ਕੀ ਸੀਗਾ ਕਿ ਕੁਝ ਮਾਸ ਨਾ ਖਾਣ ਵਾਲੇ ਹੁੰਦੇ ਨੇ ਸਮਾਜ ਦੇ ਵਿੱਚ, ਤੇ ਕੁਝ ਮਾਸ ਨਾ ਖਾਣ ਵਾਲੇ ਹੁੰਦੇ, ਕੁਝ ਖਾਣ ਵਾਲੇ ਹੁੰਦੇ। ਹੁਣ ਇਹਨੂੰ ਤੁਸੀਂ ਧਰਮ ਨਿਰਪੱਖਤਾ ਕਿਵੇਂ ਕਰੋਗੇ ਕਿ ਇੱਕ ਧਰਮ ਦੀ ਗੱਲ ਤਾਂ ਕਰ ਦਿੱਤੀ ਨਹੀਂ ਖਾਣਾ, ਤੇ ਜਿਹੜੇ ਖਾਣ ਵਾਲੇ ਨੇ ਉਹਨਾਂ ਦਾ ਅਕੀਦਾ ਹੈ ਖਾਣਾ। ਪਰ ਅਸਲ ਦੇ ਵਿੱਚ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ। ਧਰਮ ਨਿਰਪੱਖਤਾ, ਧਰਮ ਨਿਰਪੱਖਤਾ ਜੇ ਵੇਖਣੀ ਹੈ ਨਾ, ਤਾਂ ਜਦੋਂ ਤੁਸੀਂ ਗੁਰੂ ਦੀ ਹਜ਼ੂਰੀ 'ਚ ਖੜੇ ਹੋ ਕੇ ਕਹਿੰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਫਿਰ ਉਹ ਜਿਹੜਾ ਤੁਹਾਡਾ ਮਾਣਿਆ ਹੋਇਆ ਸਟੇਟਹੁੱਡ ਹੈ ਨਾ, ਉਹਦੇ 'ਚ ਰਣਜੀਤ ਸਿੰਘ ਦੇ ਰਾਜ ਨੂੰ ਵੇਖੋ ਧਰਮ ਨਿਰਪੱਖਤਾ ਕੀ ਹੁੰਦੀ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਮਾਡਰਨ ਡੈਮੋਕ੍ਰੇਸੀ ਦੇ ਵਿੱਚ ਧਰਮ ਨਿਰਪੱਖਤਾ, ਇਸ ਮਾਡਰਨ ਡੈਮੋਕ੍ਰੇਸੀ ਦੇ ਵਿੱਚ ਦਰਅਸਲ ਕੁਝ ਵੀ ਇੰਜ ਨਹੀਂ ਹੁੰਦਾ। ਪਰ ਜਦੋਂ ਤੁਸੀਂ ਉਸ ਰਾਜ ਦੀ ਗੱਲ ਕਰੋਗੇ ਨਾ, ਜਿਹੜਾ ਰਾਜ ਆ ਸਭ ਸੁਖਾਲੀ ਮੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ, ਜਦੋਂ ਉਸ ਸਿੱਖੀ ਦੇ ਰਾਜ ਦੀ ਤੇ ਸਿੱਖੀ ਦੇ ਸੰਕਲਪ ਦੀ ਜਾਂ ਉਸ ਰਾਜ ਦੀ ਜਿਹਨੂੰ ਭੱਟ ਸਾਹਿਬਾਨ ਗੁਰੂ ਨਾਨਕ ਸਾਹਿਬ ਦੀ ਵਿਚਾਰ ਚਰਚਾ ਦੱਸਦੇ ਨੇ ਨਾ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ, ਉਹ ਜਿਹੜਾ ਰਾਜ ਤੇ ਜੋਗ ਦਾ ਸੰਕਲਪ ਹੈ ਨਾ, ਜਦੋਂ ਤੁਸੀਂ ਉਹਦੇ 'ਚ ਆਪਣਾ ਮਾਣਿਆ ਹੋਇਆ ਸਟੇਟਹੁੱਡ ਵੇਖੋਗੇ ਤੇ ਫਿਰ ਵੇਖੋਗੇ ਧਰਮ ਕੀ ਹੁੰਦਾ ਹੈ ਤੇ ਧਰਮ ਦਾ ਰਾਜ ਕੀ ਹੁੰਦਾ ਹੈ। ਧਰਮ ਦੇ ਨਾਂ ਦੇ ਉੱਪਰ ਰਾਜ ਲੈਣਾ ਹੋਰ ਗੱਲ ਹੈ, ਪਰ ਧਰਮ ਦੇ ਨਾਮ ਦੇ ਨਾਲ ਰਾਜ ਚਲਾਉਣਾ ਇਹ ਹੋਰ ਗੱਲ ਹੈ। ਹੁਣ ਉਹ ਕਿਵੇਂ ਦਾ ਹੈ? ਮੈਂ ਰਣਜੀਤ ਸਿੰਘ ਦੇ ਰਾਜ ਦੀ ਇੱਕ ਉਦਾਹਰਨ ਦਿੰਦਾ। ਜਦੋਂ ਰਣਜੀਤ ਸਿੰਘ ਨੇ ਕਸ਼ਮੀਰ ਫਤਿਹ ਕੀਤਾ ਤਾਂ ਇੱਕ ਮੁਹੱਲੇ ਦੇ ਵਿੱਚ ਬਹੁਤ ਸਾਰੇ ਹਿੰਦੂ ਵੀਰ ਵਸਦੇ ਸੀ। ਉਹ ਰਣਜੀਤ ਸਿੰਘ ਦੇ ਕੋਲ ਆਏ ਨੇ। ਉਹ ਆ ਕੇ ਕਹਿੰਦੇ ਨੇ ਕਿ ਸਾਡੇ ਮੁਹੱਲੇ ਦੇ ਵਿੱਚ ਕੁਝ ਮੁਸਲਮਾਨ ਰਹਿੰਦੇ ਨੇ ਤੇ ਉਹ ਗਊ ਹੱਤਿਆ ਕਰਦੇ ਨੇ, ਪਰ ਅਸੀਂ ਗਊ ਦੀ ਪੂਜਾ ਕਰਦੇ। ਹੁਣ ਉੱਥੇ ਦੋਵਾਂ ਧਰਮਾਂ ਦਾ ਇੱਕ ਮਸਲਾ ਹੈ। ਇੱਕ ਗਊ ਨੂੰ ਪੂਜਦਾ ਹੈ, ਇੱਕ ਗਊ ਦਾ ਮਾਸ ਖਾਂਦਾ ਹੈ। ਤੇ ਰਣਜੀਤ ਸਿੰਘ ਉਹਦਾ ਬੜਾ ਪਿਆਰਾ ਇਨਸਾਫ ਕਰਦਾ ਹੈ। ਕਹਿੰਦਾ ਹੈ ਕਿ ਤੁਹਾਡੇ ਮੁਹੱਲੇ ਦੇ ਵਿੱਚ ਗਊ ਹੱਤਿਆ ਨਹੀਂ ਹੋਵੇਗੀ ਤੇ ਜਿਨ੍ਹਾਂ ਨੇ ਮਾਸ ਖਾਣਾ ਹੈ ਉਹਨਾਂ ਨੂੰ ਦੂਜੇ ਮੁਹੱਲੇ 'ਚ ਜਗ੍ਹਾ ਦਿੱਤੀ ਜਾਵੇਗੀ ਜਿੱਥੇ ਉਹਨਾਂ ਦੇ ਅਕੀਦੇ ਨੂੰ ਮੰਨਣ ਵਾਲੇ ਲੋਕ ਹੋਣ। ਗੱਲ ਕੀ, ਜਿਹੜਾ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਦੇ ਕਾਜ਼ੀ ਨੇ ਕੀਤਾ ਸੀ ਨਾ ਕਿ ਮਜ਼ਹਬ ਤੁਮਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ, ਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਸੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਕਿ ਹਰ ਇੱਕ ਨੂੰ ਆਪਣੇ ਧਰਮ ਦੇ ਅਕੀਦੇ ਨੂੰ ਮੰਨਣ ਦਾ ਹੱਕ ਹੈ ਤੇ ਉਹ ਅਕੀਦਾ ਜਿਹੜਾ ਹੈ ਉਹ ਸਾਡੀਆਂ ਮਾਨਤਾਵਾਂ ਦੇ ਵਿਰੋਧ 'ਚ ਵੀ ਹੋ ਸਕਦਾ। ਮਿਸਾਲ ਦੇ ਤੌਰ ਤੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਜੋ ਉਹ ਖਾਂਦੇ ਨੇ ਹਲਾਲ ਉਹ ਸਿੱਖ ਦੇ ਵਾਸਤੇ ਬੱਜਰ ਕੁਰੈਤ ਹੈ। ਅਸੀਂ ਕੁੱਠਾ ਨਹੀਂ ਖਾਂਦੇ, ਅਸੀਂ ਹਲਾਲ ਨਹੀਂ ਖਾਂਦੇ, ਪਰ ਕੀ ਉਹਨਾਂ ਦੀ ਉਸ ਗੱਲ ਦੇ ਉੱਪਰ ਪਾਬੰਦੀ ਲਾ ਦਿੱਤੀ? ਨਹੀਂ। ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਇਹ ਹੁੰਦਾ ਰਾਜ। ਧਰਮ ਦਾ ਰਾਜ ਇਹ ਹੁੰਦਾ ਹੈ ਕਿ ਕਿਸੇ ਵੀ ਧਰਮ ਦੀਆਂ ਮਾਨਤਾਵਾਂ ਦਾ ਖਿਆਲ ਰੱਖਣਾ, ਇਹ ਧਰਮ ਦਾ ਰਾਜ ਹੁੰਦਾ। ਇੱਕ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹੋਰ ਸ਼ਿਕਾਇਤ ਆਈ। ਉਹ ਸ਼ਿਕਾਇਤ ਬੜੀ ਵੱਖਰੀ ਸੀ। ਇੱਕ ਸ਼ਹਿਰ ਦੇ ਹਿੰਦੂ ਤੇ ਸਿੱਖ ਇਕੱਠੇ ਹੋ ਕੇ ਆ ਗਏ। ਹਿੰਦੂ ਤੇ ਸਿੱਖ, ਉੱਥੇ ਮੁਸਲਮਾਨ ਘੱਟ ਸੀ। ਹਿੰਦੂ ਤੇ ਸਿੱਖ ਇਕੱਠੇ ਹੋ ਕੇ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆ ਗਏ ਤੇ ਕਹਿੰਦੇ ਜੀ ਸਾਡੇ ਪਿੰਡ ਦੀ ਇੱਕ ਸਮੱਸਿਆ ਹੈ। ਕਹਿੰਦੇ ਉਹ ਸਮੱਸਿਆ ਕੀ ਹੈ? ਕਹਿੰਦੇ ਜੀ ਮੁਸਲਮਾਨਾਂ ਦੇ ਕਰਕੇ ਸਾਡੀ ਨੀਂਦ ਖੁੱਲ ਜਾਂਦੀ ਹੈ। ਉਹ ਕਹਿੰਦਾ ਨੀਂਦ ਕਿਵੇਂ ਖੁੱਲ ਜਾਂਦੀ ਹੈ? ਉਹ ਕਹਿੰਦਾ ਜਿਹੜੇ ਮੁਸਲਮਾਨ ਨੇ ਨਾ, ਉਹ ਜਦੋਂ ਸਵੇਰੇ ਫਜਰ ਦੀ ਨਮਾਜ਼ ਦੀ ਅਜ਼ਾਨ ਦਿੰਦੇ ਨੇ ਨਾ, ਜਦੋਂ ਉਹਨਾਂ ਦੇ ਮੁਅੱਜ਼ਿਨ ਜਿਹੜੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਬਾਂਗ ਦੇਣਾ ਕਹਿੰਦੇ ਹਾਂ, ਨਮਾਜ਼ ਦੇ ਵਾਸਤੇ ਸੱਦਾ ਦਿੰਦੇ ਨੇ, ਕਹਿੰਦਾ ਇਹ ਜਦੋਂ ਫਜਰ ਦੀ ਨਮਾਜ਼ ਦੀ ਅਜ਼ਾਨ ਪੜ੍ਹਦੇ ਨੇ ਨਾ ਉੱਚੀ ਆਵਾਜ਼ ਦੇ ਵਿੱਚ ਆਪਣੀ ਮਨਾਰ ਦੇ ਵਿੱਚੋਂ, ਤੇ ਸਾਡੀ ਸਾਰਿਆਂ ਦੀ ਜਾਗ ਖੁੱਲ ਜਾਂਦੀ, ਅਸੀਂ ਬੜੇ ਤੰਗ ਹਾਂ। ਰਣਜੀਤ ਸਿੰਘ ਕਹਿੰਦਾ ਫਿਰ ਕੀ ਹੋਇਆ? ਅਸੀਂ ਅਜ਼ਾਨ ਬੰਦ ਕਰਾ ਦਿੰਦੇ ਹਾਂ, ਅਸੀਂ ਦੂਜੀ ਧਿਰ ਨੂੰ ਵੀ ਸੱਦ ਲੈਂਦੇ ਹਾਂ। ਵਕਤ ਨਿਰਧਾਰਿਤ ਕਰ ਦਿੱਤਾ ਗਿਆ, ਦੋਵੇਂ ਧਿਰਾਂ ਬੁਲਾ ਲਈਆਂ,
ਪਿੰਡ ਦੇ ਹਿੰਦੂ ਵੀ ਤੇ ਮੁਸਲਮਾਨ ਵੀ ਤੇ ਸਿੱਖ ਵੀ। ਹੁਣ ਇੱਕ ਪਾਸੇ ਸਿੱਖ ਤੇ ਹਿੰਦੂ ਜਿਹੜੇ ਸ਼ਿਕਾਇਤਕਰਤਾ ਨੇ, ਦੂਜੇ ਪਾਸੇ ਜਿਨ੍ਹਾਂ ਦੇ ਉੱਪਰ ਸ਼ਿਕਾਇਤ ਕੀਤੀ ਗਈ ਹੈ ਮੁਸਲਮਾਨ। ਹੁਣ ਰਣਜੀਤ ਸਿੰਘ ਕਹਿੰਦਾ ਹੈ ਮੁਸਲਮਾਨਾਂ ਨੂੰ ਸੰਬੋਧਿਤ ਹੋ ਕੇ ਕਿ ਤੁਹਾਡੀ ਅਜ਼ਾਨ ਦੇ ਕਰਕੇ, ਜਿਹੜੀ ਤੁਸੀਂ ਨਮਾਜ਼ੇ ਫਜ਼ਰ ਦੇ ਸਮੇਂ ਅਜ਼ਾਨ ਦਿੰਦੇ ਹੋ, ਉਹਦੇ ਕਰਕੇ ਇਹਨਾਂ ਨੂੰ ਸਮੱਸਿਆ ਹੈ। ਤੁਸੀਂ ਅਜ਼ਾਨ ਕਿਉਂ ਦਿੰਦੇ ਹੋ? ਕਹਿੰਦੇ ਸੀ ਅਸੀਂ ਅਜ਼ਾਨ ਇਸ ਕਰਕੇ ਦਿੰਦੇ ਹਾਂ ਕਿ ਜਿੰਨੇ ਵੀ ਸਾਡੇ ਮੁਸਲਮਾਨ ਭਾਈਚਾਰੇ ਦੇ ਵਿਅਕਤੀ ਨੇ ਉਹ ਆਵਾਜ਼ ਨੂੰ ਸੁਣ ਕੇ ਜਾਗ ਪੈਣ ਤੇ ਆਪੋ ਆਪਣੇ ਘਰਾਂ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਆ ਕੇ ਨਮਾਜ਼ ਅਦਾ ਕਰਨ। ਰਣਜੀਤ ਸਿੰਘ ਦਾ ਜਗਾਉਣ ਵਾਸਤੇ ਤੁਸੀਂ ਕਰਦੇ ਹੋ ਨਾ? ਕਹਿੰਦਾ ਹਾਂ। ਕਹਿੰਦਾ ਠੀਕ ਹੈ, ਕੱਲ ਤੋਂ ਤੁਸੀਂ ਅਜ਼ਾਨ ਨਹੀਂ ਕਰੋਗੇ, ਤੁਸੀਂ ਉਹ ਜਿਹੜੀ ਉੱਚੀ ਆਵਾਜ਼ ਦੇ ਵਿੱਚ ਬਾਂਗ ਦਿੰਦੇ ਹੋ ਉਹ ਨਹੀਂ ਦਿਓਗੇ। ਆ ਜਿਹੜੇ ਮੁਸਲਮਾਨ ਤੇ ਸਿੱਖ ਵੀਰ ਨੇ ਇਹ ਆਪਣੀਆਂ ਡਿਊਟੀਆਂ ਸੰਭਾਲਣਗੇ ਤੇ ਤੁਹਾਨੂੰ ਸਵੇਰੇ ਘਰ ਘਰ ਜਾ ਕੇ ਜਗਾਇਆ ਕਰਨਗੇ। ਹੁਣ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਵੀ ਇਹ ਤਾਂ ਨਵਾਂ ਹੀ ਕੰਮ ਹੋ ਗਿਆ। ਗਏ ਤਾਂ ਸ਼ਿਕਾਇਤ ਲੈ ਕੇ ਸੀ, ਸੋਚ ਸਾਚ ਕੇ ਕਹਿੰਦੇ ਨਹੀਂ ਜੀ ਇਹਨਾਂ ਨੂੰ ਅਜ਼ਾਨ ਹੀ ਦੇ ਲੈਣ ਦਿਓ, ਅਸੀਂ ਇੰਝ ਹੀ ਠੀਕ ਹੈ। ਸੋ ਇਹ ਹੈ ਕਿ ਜਦੋਂ ਰਾਜ ਹੋਵੇ ਤੇ ਰਾਜਾ ਜਿਹੜਾ ਉਹ ਸਾਰੇ ਧਰਮਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਵੇ ਤੇ ਉਦੋਂ ਫਿਰ ਤੁਸੀਂ ਨਿਰਦਈ ਨਹੀਂ ਹੋ ਸਕਦੇ। ਉਦੋਂ ਤੁਸੀਂ ਹਰ ਧਰਮ ਦੀਆਂ ਭਾਵਨਾਵਾਂ ਦਾ ਖਿਆਲ ਕਰੋਗੇ, ਉਦੋਂ ਤੁਸੀਂ ਬੇਇਨਸਾਫੀ ਨਹੀਂ ਕਰ ਸਕਦੇ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲੋਂ ਉਸ ਧਰਮ ਦੀ ਵਿੱਦਿਆ ਨੂੰ ਗ੍ਰਹਿਣ ਕਰਕੇ ਇਹ ਨੌਜਵਾਨ ਲਾਹੌਰ ਆ ਗਿਆ, ਗ੍ਰਿਫਤਾਰ ਕੀਤਾ ਗਿਆ। ਸਿਪਾਹੀ ਪੁੱਛਦੇ ਨੇ ਅੱਗ ਕਿਉਂ ਬੁਝਾ ਰਹੇ ਆ? ਉਲਟ ਸਵਾਲ ਹੈ ਅੱਗ ਕਿਉਂ ਲਾ ਰਹੇ ਹੋ? ਉਹ ਕਹਿੰਦੇ ਸਾਡੇ ਸ਼ਾਹ ਦਾ ਹੁਕਮ ਹੈ ਅੱਗ ਲਾਉਣਾ, ਤੇ ਕਹਿੰਦਾ ਸ਼ਾਹਾਂ ਦੇ ਸ਼ਾਹ ਦਾ ਹੁਕਮ ਹੈ ਅੱਗ ਬੁਝਾਉਣਾ। ਤੁਹਾਡੇ ਬਾਦਸ਼ਾਹ ਦਾ ਹੁਕਮ ਹੋ ਸਕਦਾ ਹੈ ਸ਼ਹਿਰ ਨੂੰ ਅੱਗ ਲਾਉਣੀ, ਮੇਰੇ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਨਾਨਕ ਦਾ ਹੁਕਮ ਹੈ ਕਿ ਅੱਗ ਬੁਝਾਉਣੀ। ਔਰ ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲਾ ਨੌਜਵਾਨ ਸ਼ਹੀਦ ਸੀ ਜਿਸ ਨੂੰ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਇੱਕ ਘੋੜੇ ਦੇ ਪਿੱਛੇ ਬੰਨ੍ਹ ਕੇ ਓਨਾ ਚਿਰ ਘੜੀਸਿਆ ਗਿਆ ਜਿੰਨਾ ਚਿਰ ਉਸਦਾ ਮਾਸ ਉਸਦੀਆਂ ਹੱਡੀਆਂ ਤੋਂ ਵੱਖ ਨਹੀਂ ਹੋ ਗਿਆ। ਇੰਨੀ ਛੋਟੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਸ਼ਹਾਦਤ ਪ੍ਰਾਪਤ ਕੀਤੀ। ਕਿਉਂ? ਕਿਉਂਕਿ ਉਹਦੇ ਮਨ ਦੇ ਵਿੱਚੋਂ ਦਇਆ ਉਪਜੀ। ਔਰ ਦਇਆ ਕਿਉਂ ਉਪਜੀ? ਕਿਉਂਕਿ ਉਹਦੀ ਦਇਆ ਵਾਲੀ ਪ੍ਰਵਿਰਤੀ ਕਰਕੇ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਸਬਕ ਦੇ ਦਿੱਤਾ। ਤੇ ਜਦੋਂ ਇਹ ਦੋ ਚੀਜ਼ਾਂ ਸਾਡੇ ਕੋਲ ਆ ਜਾਂਦੀਆਂ ਨੇ, ਦਇਆ ਤੇ ਧਰਮ ਆ ਜਾਵੇ ਨਾ, ਤੇ ਜ਼ਿੰਦਗੀ 'ਚ ਫਿਰ ਹਿੰਮਤ ਆਉਂਦੀ ਹੈ। ਨਹੀਂ ਤੇ ਆਮ ਬੰਦਾ ਤਾਂ ਹਰ ਵੇਲੇ ਸੋਚਦਾ ਹੈ ਕਿ ਮੈਂ ਕਿਸੇ ਤੇ ਦਇਆ ਕਿਉਂ ਕਰਾਂ? ਦਇਆ ਕਰਨ ਵਾਸਤੇ ਹੋ ਸਕਦਾ ਮੇਰੀ ਜਾਨ ਵੀ ਜਾਂਦੀ ਰਹੇ। ਕੋਈ ਬੰਦਾ ਅੱਗ 'ਚ ਕਿਤੇ ਫਸਿਆ ਹੋਵੇ ਤੇ ਹਰ ਬੰਦਾ ਅੱਗ 'ਚੋਂ ਕੱਢਣ ਥੋੜਾ ਜਾਂਦਾ, ਕਹਿੰਦਾ ਇਹਨੂੰ ਬਚਾਉਂਦਾ ਮੈਂ ਵੀ ਸੜ ਸਕਦਾ। ਸੋ ਉਹ ਜਿਹੜੀ ਹਿੰਮਤ ਹੈ ਉਹ ਤੁਹਾਨੂੰ ਧਰਮ ਦੇ ਵਿੱਚੋਂ ਆਉਂਦੀ ਹੈ। ਕਿਉਂਕਿ ਜਦੋਂ ਧਰਮ ਦੀ ਪ੍ਰਵਿਰਤੀ ਦੇ ਵਿੱਚ ਤੁਸੀਂ ਆਓਗੇ ਤੇ ਤੁਹਾਡਾ ਗੁਰੂ ਪਾਤਸ਼ਾਹ ਤੁਹਾਨੂੰ ਕਹੂਗਾ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਆਓ। ਹੁਣ ਜਦੋਂ ਤੁਸੀਂ ਇਸ ਪ੍ਰੇਮ ਦੇ ਮਾਰਗ ਦੇ ਉੱਪਰ ਤੁਰਨ ਦੀ ਪਹਿਲੀ ਸ਼ਰਤ ਸਿਰ ਧਰ ਤਲੀ ਨੂੰ ਸਵੀਕਾਰ ਕਰੋਗੇ ਨਾ, ਤੇ ਇਹ ਜਿਹੜੀ ਧਰਮ ਦੀ ਸ਼ਰਤ ਹੈ ਇਹ ਤੁਹਾਨੂੰ ਹਿੰਮਤ ਦੇਵੇਗੀ। ਇਹਦੇ ਤੋਂ ਬਿਨਾਂ ਹਿੰਮਤ ਆ ਹੀ ਨਹੀਂ ਸਕਦੀ। ਨਹੀਂ ਤੇ ਜਿਹੜਾ ਰੈਸ਼ਨਲਿਜ਼ਮ ਹੁੰਦਾ ਨਾ, ਜਿਹਦੇ ਤੁਸੀਂ ਤਰਕਵਾਦੀ ਹੋ ਜਾਂਦੇ ਆ, ਤਰਕਬੰਦੀ ਬੰਦਾ ਤਾਂ ਮਰਨ ਤੋਂ ਪਹਿਲਾਂ ਸੋਚਦਾ ਹੈ ਕਿ ਇਹਦਾ ਫਾਇਦਾ ਕੀ ਹੈ ਤੇ ਇਹਦਾ ਨੁਕਸਾਨ ਕੀ ਹੈ। ਪਰ ਧਰਮ ਦੇ ਮਾਰਗ ਦੇ ਉੱਪਰ ਚੱਲਣ ਵਾਲਾ ਵਿਅਕਤੀ ਪਤਾ ਕੀ ਸੋਚਦਾ ਹੈ ਕਿ ਜੇ ਮੈਂ ਜਿਉਂਦੇ ਜੀ ਭਲਾ ਕਰੂੰਗਾ ਤਾਂ ਵੀ ਚੰਗੀ ਗੱਲ ਹੈ, ਪਰ ਜੇ ਭਲਾ ਕਰ ਗਿਆ, ਮੌਤ ਵੀ ਆ ਗਈ ਤਾਂ ਮੈਂ ਗੁਰੂ ਦੀ ਗੋਦ 'ਚ ਜਾਣਾ। ਉਹਦੇ ਧਰਮ ਪ੍ਰਤੀ ਸ਼ਰਧਾ ਹੈ ਜਿਹੜੀ ਉਸ ਨੂੰ ਦਇਆ ਤੇ ਧਰਮ ਦੇ ਵਾਸਤੇ ਮਜਬੂਰ ਕਰਦੀ ਹੈ। ਮੈਂ ਇੱਕ ਇਤਿਹਾਸ ਦੀ ਗੱਲ ਸਾਂਝੀ ਕਰਦਾ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹ ਹੈ ਪਾਤਸ਼ਾਹੀ ਦਾਅਵਾ, ਕਲੇਮ ਔਨ ਥਰੋਨ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਵੇਲੇ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਵਾਪਸ ਜਾ ਰਿਹਾ ਹੈ ਤੇ ਜ਼ਕਰੀਆ ਖਾਨ ਦੇ ਕੋਲ ਲਾਹੌਰ ਰੁਕਦਾ ਹੈ, ਤੇ ਜ਼ਕਰੀਆ ਖਾਨ ਨੂੰ ਇੱਕ ਸਵਾਲ ਕਰਦਾ ਹੈ, ਕਹਿੰਦਾ ਕਿ ਮੈਨੂੰ ਕਿਹੜੇ ਲੋਕਾਂ ਨੇ ਲੁੱਟਿਆ ਹੈ? ਤੇ ਜ਼ਕਰੀਆ ਖਾਨ ਕਹਿੰਦਾ ਸਿੱਖਾਂ ਨੇ। ਕਹਿੰਦਾ ਸਿੱਖ ਕੌਣ ਨੇ? ਕਹਿੰਦਾ ਗੁਰੂ ਨਾਨਕ ਨੂੰ ਮੰਨਣ ਵਾਲੇ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲ ਦੇ ਵਿੱਚ। ਕਹਿੰਦਾ ਇਹਨਾਂ ਦਾ ਘਰ? ਕਹਿੰਦਾ ਘੋੜਿਆਂ ਦੀਆਂ ਕਾਠੀਆਂ। ਕਹਿੰਦਾ ਖਾਂਦੇ ਕੀ ਨੇ? ਕਹਿੰਦਾ ਕੁਝ ਵੀ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਕਹਿੰਦਾ ਇਹਨਾਂ ਦਾ ਮੁਰਸ਼ਿਦ ਹੈ ਕੌਣ, ਗੁਰੂ ਹੈ ਕੌਣ? ਤੇ ਉਹ ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਹੁਣ ਜਦੋਂ ਇਹ ਗੱਲ ਸੁਣਦਾ ਹੈ ਨਾ, ਤੇ ਫਿਰ ਉਹ ਕਹਿੰਦਾ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ। ਫਿਰ ਇਸ ਕੌਮ ਦੇ ਵਿੱਚ ਪਾਤਸ਼ਾਹੀ ਦਾਵਾ ਪਿਆ ਹੈ।
ਤੇ ਜਦੋਂ 1733 ਦੇ ਵਿੱਚ ਜਦੋਂ ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਧਰਮ ਦੇ ਉੱਪਰ ਕੋਈ ਪਾਬੰਦੀ ਨਹੀਂ ਹੋਵੇਗੀ, ਤੁਸੀਂ ਨਵਾਬੀ ਸਵੀਕਾਰ ਕਰ ਲਓ, ਤੇ ਉਸ ਵੇਲੇ ਜਿਹੜੇ ਸਿੱਖਾਂ ਦੇ ਜਥੇਦਾਰ ਨੇ ਸਰਦਾਰ ਦਰਬਾਰਾ ਸਿੰਘ, ਜਿਹੜੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬਣਦੇ ਨੇ, ਉਹ ਜਵਾਬ ਪਤਾ ਕੀ ਦਿੰਦੇ ਨੇ? ਕਹਿੰਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਆਪਣੇ ਧਰਮ ਦੇ ਵਿੱਚ ਪੂਰੇ ਹਾਂ ਨਾ, ਤੇ ਸਾਡੀ ਤਾਂ ਦੋ ਜਹਾਨਾਂ 'ਚ ਬਾਦਸ਼ਾਹੀ ਹੈ। ਜੇ ਇਸ ਪਾਤਸ਼ਾਹੀ ਦੇ ਵਾਸਤੇ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਵੀ ਗੁਰੂ ਦੀ ਗੋਦ 'ਚ ਪਾਤਸ਼ਾਹੀ, ਤੇ ਜੇ ਲੜਦੇ ਲੜਦੇ ਜਿੱਤ ਗਏ ਤੇ ਤਾਂ ਵੀ ਪਾਤਸ਼ਾਹੀ। ਲੋਕ ਸੁਖੀ ਹੈ ਪਰ ਲੋਕ ਸਹੇਲੇ। ਸੋ ਇਹ ਹਿੰਮਤ ਕਦੋਂ ਆਉਂਦੀ ਹੈ? ਜਦੋਂ ਤੁਹਾਡੇ ਕੋਲ ਧਰਮ ਹੁੰਦਾ ਹੈ। ਜੇ ਤੁਹਾਡੇ ਕੋਲ ਧਰਮ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਤਾਂ ਮਾਨਤਾਵਾਂ ਨਾ ਹੋਣ ਤਾਂ ਮਨੁੱਖ ਕਾਇਰ ਹੋ ਜਾਂਦਾ। ਮਨੁੱਖ ਜ਼ਿੰਦਗੀ ਜਿਉਣ ਦੇ ਬਾਰੇ ਸੋਚਦਾ, ਉਹ ਕਦੀ ਵੀ ਆਪਣੇ ਵੱਡੇ ਆਦਰਸ਼ ਦੇ ਪ੍ਰਤੀ ਜਾਨ ਕੁਰਬਾਨ ਕਰਨ ਬਾਰੇ ਨਹੀਂ ਸੋਚਦਾ। ਉਹ ਸ਼ਹਾਦਤ ਬਾਰੇ ਤਾਂ ਸੋਚ ਹੀ ਨਹੀਂ ਸਕਦਾ। ਹੁਣ ਜਦੋਂ ਇਸ ਹਿੰਮਤ ਦੀ ਗੱਲ ਆਉਂਦੀ ਹੈ ਤਾਂ ਅਹਿਮਦ ਸ਼ਾਹ ਅਬਦਾਲੀ, ਅਗਲੀ ਗੱਲ ਨੂੰ ਸਮਝਣ ਦਾ ਯਤਨ ਕਰੀਏ। ਉਹ ਹਿੰਮਤ ਕਿਵੇਂ ਦੀ? ਉਹ ਹਿੰਮਤ ਸੰਗਠਿਤ ਰੂਪ ਦੇ ਵਿੱਚ ਨਹੀਂ ਹੁੰਦੀ ਕਿ ਮੈਂ ਕੁਝ ਕਰਨਾ ਹੈ ਤੇ ਮੈਂ ਹੁਣ ਉਡੀਕਾਂ ਕਿ ਮੇਰੇ ਨਾਲ ਇੰਨੇ ਜਾਣੇ ਨਾਲ ਨੇ ਤਾਂ ਮੈਂ ਫਿਰ ਕਰ ਸਕਦਾ। ਇੰਜ ਨਹੀਂ ਹੁੰਦੀ, ਕਿਉਂਕਿ ਖਾਲਸਾ ਪ੍ਰਗਟ ਦਿਵਸ ਦੀ ਗੱਲ ਕਰ ਰਹੇ ਹਾਂ ਨਾ, ਤੇ ਖਾਲਸਾ ਇੱਕ ਵੀ ਖਾਲਸਾ ਤੇ ਖਾਲਸਾ ਲੱਖ ਵੀ ਖਾਲਸਾ। ਖਾਲਸੇ ਦਾ ਬਹੁਵਚਨੀ ਖਾਲਸਾ, ਇੱਕ ਵੀ ਖਾਲਸਾ ਹੀ ਹੈ, ਤੇ ਅਨੇਕਾਂ ਖੜੇ ਹੋਣ ਫਿਰ ਵੀ ਖਾਲਸਾ ਹੀ ਹੈ। ਸੋ ਜਿਹੜਾ ਇੱਕ ਖਾਲਸਾ ਵੀ ਹੈ ਨਾ, ਉਹ ਵੀ ਆਪਣੀ ਕਲੈਕਟਿਵ ਕੌਨਸ਼ੀਅਸਨੈਸ ਦੀ ਜਿਹੜੀ ਭੂਮਿਕਾ ਉਹ ਨਿਭਾਉਂਦਾ, ਸਮੂਹਿਕ ਚੇਤਨਤਾ ਦਾ ਪ੍ਰਗਟਾ ਕਰਦਾ। ਉੱਥੇ ਉਹ ਕਿਵੇਂ ਕਰਦਾ? ਅਹਿਮਦ ਸ਼ਾਹ ਅਬਦਾਲੀ ਇੱਥੋਂ ਸਾਰਾ ਇਲਾਕਾ ਲੁੱਟਣ ਤੋਂ ਬਾਅਦ, ਦਿੱਲੀ ਦੇ ਮੁਹੰਮਦ ਸ਼ਾਹ ਨੂੰ ਫਤਿਹ ਕਰਨ ਤੋਂ ਬਾਅਦ, ਉਸ ਦੀ ਬੇਟੀ, ਉਸ ਦੇ ਭਰਾ ਦੀ ਬੇਟੀ, ਉਸ ਦੀ ਪਤਨੀ, ਇਹ ਸਾਰੀਆਂ ਔਰਤਾਂ ਤੇ ਹੋਰ ਵੀ ਕਈ ਇਸ ਸ਼ਾਹੀ ਪਰਿਵਾਰ ਦੀਆਂ 22 ਦੇ ਕਰੀਬ ਜਿਹੜੀਆਂ ਰਾਜਕੁਮਾਰੀਆਂ ਨੇ, ਉਹਨਾਂ ਨੂੰ ਲੈ ਕੇ ਜਾ ਰਿਹਾ। ਰਸਤੇ ਦੇ ਵਿੱਚ ਰੁਕਿਆ ਹੈ, ਤੇ ਰਸਤੇ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਰੁਕਿਆ, ਉੱਥੇ ਇੱਕ ਸਿੱਖ ਨੂੰ ਪਤਾ ਲੱਗਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਇੱਥੇ ਲੁਕਿਆ ਜਾਂ ਇੱਥੇ ਉਸਨੇ ਵਿਸ਼ਰਾਮ ਕੀਤਾ। ਹੁਣ ਤੁਸੀਂ ਵੇਖੋ, ਜਿਨਨੇ ਦਿੱਲੀ ਨੂੰ ਫਤਿਹ ਕੀਤਾ ਉਹ ਥੋੜੀ ਫੌਜ ਹੋਵੇਗੀ। ਕਿੰਨੀ ਜ਼ਿਆਦਾ ਫੌਜ, ਕਿੰਨੇ ਜ਼ਿਆਦਾ ਸ਼ਸਤਰ, ਕਿੰਨੇ ਉਸਦੇ ਸਿਪਾਹੀ, ਔਰ ਕਿਸ ਤਰ੍ਹਾਂ ਦਾ ਉਹ ਜਰਨੈਲ। ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਜਨਮਦਾਤਾ, ਉਸਨੂੰ ਬਾਬਾ ਅਫਗਾਨ ਕਿਹਾ ਜਾਂਦਾ। ਉਸ ਤੋਂ ਪਹਿਲਾਂ ਅਫਗਾਨਿਸਤਾਨ ਹੈ ਨਹੀਂ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਜਿਹੜਾ ਸ਼ਬਦ ਨਾ ਖੁਰਾਸਾਨ ਖਸਮਾਨਾ ਕੀਆ, ਸੋ ਉਹ ਛੋਟਾ ਜਿਹਾ ਇਲਾਕਾ ਖੁਰਾਸਾਨ ਸੀ, ਪਰ ਉਸ ਨੇ ਖੁਰਾਸਾਨ ਤੋਂ ਲੈ ਕੇ ਕਾਬਲ, ਕੰਧਾਰ, ਜਲਾਲਾਬਾਦ, ਸੁਲਤਾਨਪੁਰ ਸਾਰੇ ਇਲਾਕੇ ਫਤਿਹ ਕਰਕੇ ਅਫਗਾਨਿਸਤਾਨ ਦੀ ਨੀਂਹ ਰੱਖੀ। ਅਫਗਾਨਿਸਤਾਨ ਦਾ ਜਨਮਦਾਤਾ ਹੈ ਅਹਿਮਦ ਸ਼ਾਹ ਅਬਦਾਲੀ, ਉਹ ਕੋਈ ਛੋਟੀ ਗੱਲ ਨਹੀਂ ਹੈ। ਹੁਣ ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਹੋਵੇ ਤੇ ਜਿਸ ਜਗ੍ਹਾ ਦੇ ਉੱਪਰ ਕਿਆਮ ਕਰ ਰਿਹਾ, ਉੱਥੇ ਇੱਕ ਸਿੱਖ ਨੂੰ ਖਬਰ ਪਹੁੰਚਦੀ ਹੈ, ਭਾਈ ਹਾਠੂ ਸਿੰਘ। ਇੱਕ ਸਿੱਖ ਨੂੰ ਖਬਰ ਪਹੁੰਚਦੀ ਹੈ ਕਿ ਇੱਥੇ ਅਹਿਮਦ ਸ਼ਾਹ ਅਬਦਾਲੀ ਕਿਆਮ ਕਰ ਰਿਹਾ, ਇੱਥੇ ਰੁਕਿਆ ਹੋਇਆ। ਉਹ ਕੱਲਾ ਹੀ ਤਲਵਾਰ ਲੈ ਕੇ ਚਲਾ ਜਾਂਦਾ, ਉਹ ਕੱਲਾ ਹੀ ਬਿਲਕੁਲ ਉਹਦੇ ਤੰਬੂ ਦੇ ਲਾਗੇ ਪਹੁੰਚ ਜਾਂਦਾ ਹੈ, ਔਰ ਤੰਬੂ ਦਾ ਜਿਹੜਾ ਕੱਪੜਾ ਉਹਨੂੰ ਪਾੜਨ ਲੱਗਦਾ ਹੈ ਤਲਵਾਰ ਦੇ ਨਾਲ, ਤੇ ਉਹ ਫੜਿਆ ਜਾਂਦਾ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰ ਕਰਕੇ ਉਸ ਨੂੰ ਨਾਲ ਹੀ ਲਾਹੌਰ ਲਿਆਂਦਾ ਜਾਂਦਾ ਹੈ। ਤੇ ਅਬਦਾਲੀ ਦਾ ਜਰਨੈਲ ਸਰ ਬੁਲੰਦ ਖਾਨ ਅਬਦਾਲੀ ਦੇ ਸਾਹਮਣੇ ਉਸ ਨੂੰ ਪਤਾ ਕੀ ਪੁੱਛਦਾ ਹੈ? ਕਹਿੰਦਾ, ਤੇਰੇ ਵਿੱਚ ਇੰਨੀ ਹਿੰਮਤ ਕਿਵੇਂ ਆਈ? ਸਵਾਲ ਤਾਂ ਹੈ ਨਾ। ਹੁਣ ਹਿੰਮਤ ਤੇ ਆ ਜਾਈਏ ਕਿ ਧਰਮ ਦੇ ਵਿੱਚੋਂ ਹਿੰਮਤ ਕਿਵੇਂ ਪੈਦਾ ਹੁੰਦੀ ਹੈ। ਕਹਿੰਦਾ, ਤੇਰੇ ਵਿੱਚ ਇੰਨੀ ਹਿੰਮਤ ਕਿਵੇਂ ਆਈ ਕਿ ਸਾਡਾ ਏਸ਼ੀਆ ਦਾ ਇੰਨਾ ਵੱਡਾ ਜਰਨੈਲ, ਤੂੰ ਕੱਲਾ ਹੀ ਬੰਦਾ ਤਲਵਾਰ ਲੈ ਕੇ ਹਮਲਾ ਕਰਨ ਵਾਸਤੇ ਤੁਰ ਆਇਆ। ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ, ਹਿੰਮਤ ਇਸ ਕਰਕੇ ਆਈ ਕਿ ਜਦੋਂ ਦੀ ਗੁਰੂ ਦੇ ਨਾਲ ਪ੍ਰੀਤ ਜੁੜ ਗਈ, ਮੈਨੂੰ ਇਸ ਸਰੀਰ ਦੇ ਨਾਲ ਮੋਹ ਹੀ ਨਹੀਂ ਰਿਹਾ, ਮੋਹ ਕੰਮ ਹੋ ਗਿਆ। ਜਦੋਂ ਹਿੰਮਤ ਆਵੇਗੀ ਤੁਹਾਡੇ ਵਿੱਚ, ਧਰਮ ਦੀ ਵਿਚਾਰਧਾਰਾ ਦੇ ਵਿੱਚੋਂ, ਮੋਹ ਆਪੇ ਹੀ ਕੰਮ ਹੋ ਜਾਵੇਗਾ। ਫਿਰ ਮੋਹ ਰਹਿ ਨਹੀਂ ਜਾਂਦਾ। ਫਿਰ ਤੁਸੀਂ ਗਲੈਡੀਏਟਰ ਫਿਲਮ ਵੇਖੀ ਹੋਣੀ ਮੇਰੇ ਖਿਆਲ ਨਾਲ ਕਿਤੇ। ਗਲੈਡੀਏਟਰ, ਗਲੈਡੀਏਟ ਲੈਟਿਨ ਵਰਡ ਆ। ਗਲੈਡੀਏਟ ਤਲਵਾਰ ਨੂੰ ਕਿਹਾ ਜਾਂਦਾ, ਤੇ ਗਲੈਡੀਏਟਰ ਤਲਵਾਰਬਾਜ਼ੀ ਕਰਨ ਵਾਲਾ। ਕਿਸੇ ਸਮੇਂ ਗਲੈਡੀਏਟਰ ਜਿਹੜੇ ਨੇ, ਹਾਲੀਵੁੱਡ ਮੂਵੀ ਹੈ, ਕਿਸੇ ਵੇਲੇ ਗਲੈਡੀਏਟਰ ਜਿਹੜੇ ਸੀ ਨਾ, ਉਹ ਜਾਂ ਗੁਲਾਮ ਬਣਾਏ ਜਾਂਦੇ ਸੀ, ਜਾਂ ਸ਼ੌਕੀਆ ਜੂਝਣ ਵਾਲੇ ਜਿਹੜੇ ਲੋਕ ਸੀ ਨਾ, ਉਹਨਾਂ ਨੂੰ ਗਲੈਡੀਏਟਰ ਬਣਾਇਆ ਜਾਂਦਾ ਸੀ। ਤੇ ਰਾਜਾ ਉਹਨਾਂ ਦੇ ਤਮਾਸ਼ੇ ਵੇਖਦਾ ਸੀ।
ਕਿ ਇੱਕ ਗਲੈਡੀਏਟਰ ਨੂੰ ਕੱਢਣਾ, ਉਹਦੇ ਸਾਹਮਣੇ ਸ਼ੇਰ ਕੱਢ ਦੇਣਾ, ਸ਼ੇਰ ਨਾਲ ਲੜ ਕੇ ਵਿਖਾ। ਰਾਜੇ ਦੇ ਵਾਸਤੇ ਉਹ ਤਮਾਸ਼ਾ ਹੁੰਦਾ ਸੀ। ਜਾਂ ਫਿਰ ਇੱਕ ਗਲੈਡੀਏਟਰ ਤੇ ਦੋ ਰਾਜੇ ਨੇ ਆਪਣੇ ਸਿਪਾਹੀ, ਕਹਿਣਾ ਕਿ ਜਾਂ ਮਰੋ ਜਾਂ ਮਾਰੋ, ਤਮਾਸ਼ਾ ਹੈ, ਮੌਤ ਦਾ ਤਮਾਸ਼ਾ, ਉਹ ਵੇਖਿਆ ਜਾਂਦਾ ਸੀ। ਪਰ ਉਹਦੇ ਵਿੱਚ ਇੱਕ ਗੱਲ ਹੁੰਦੀ ਸੀ ਕਿ ਜਿਹੜਾ ਗਲੈਡੀਏਟਰ ਹੁੰਦਾ ਸੀ ਨਾ, ਉਹ ਆਪਣੀ ਮਰਜ਼ੀ ਦੀ ਪੋਸ਼ਾਕ ਤੇ ਮਰਜ਼ੀ ਦਾ ਸ਼ਸਤਰ ਚੁਣਦਾ ਸੀ। ਹੁਣ ਜਦੋਂ ਉਹ ਸ਼ੇਰ ਦੇ ਨਾਲ ਲੜਦਾ ਸੀ, ਉਹ ਨੇਜਾ ਲੈਂਦਾ ਸੀ। ਜਦੋਂ ਉਹ ਵਿਅਕਤੀ ਦੇ ਨਾਲ ਲੜਦਾ ਸੀ, ਉਹ ਤਲਵਾਰ ਤੇ ਢਾਲ ਲੈਂਦਾ ਸੀ। ਕਿ ਗਲੈਡੀਏਟਰ ਦੇ ਕੋਲ ਆਪਣੀ ਮਰਜ਼ੀ ਦਾ ਬਸਤਰ, ਜ਼ਰਾ ਬਖਤਰ, ਜਿਸ ਨੂੰ ਅਸੀਂ ਆਰਮਰ ਡਰੈਸ ਕਹਿੰਦੇ ਆ, ਉਹਨੂੰ ਜ਼ਰਾ ਬਖਤਰ ਤੇ ਆਪਣੀ ਮਰਜ਼ੀ ਦਾ ਹਥਿਆਰ ਚੁਣਨ ਦੀ ਖੁੱਲ੍ਹ ਹੁੰਦੀ ਸੀ। ਹੁਣ ਇੱਥੇ ਅਹਿਮਦ ਸ਼ਾਹ ਅਬਦਾਲੀ ਸਰਬੁਲੰਦ ਨੂੰ ਕਹਿੰਦਾ ਆ ਜਿਹੜੇ ਸਿੱਖ ਨੇ ਨਾ, ਇਹਨਾਂ ਦੀ ਮੌਤ ਦਾ ਤਮਾਸ਼ਾ ਵੇਖਣਾ। ਤੇ ਕਹਿੰਦਾ ਬਰਸਾਤਾਂ ਸ਼ੁਰੂ ਹੋ ਗਈਆਂ ਨੇ, ਮੇਰੇ ਗੱਡੇ ਜਿਹੜੇ ਕੱਚੇ ਰਾਹ ਤੇ ਮਾਲ ਲੈ ਕੇ ਅੱਗੇ ਨਹੀਂ ਜਾ ਸਕਦੇ, ਮੈਂ ਹੁਣ 3 ਮਹੀਨੇ ਲਾਹੌਰ ਰੁਕਣਾ ਤੇ ਸਿੱਖਾਂ ਦੀ ਮੌਤ ਦਾ ਤਮਾਸ਼ਾ ਵੇਖਣਾ। ਤੇ ਪਹਿਲੇ ਦਿਨ ਦੀ ਸ਼ੁਰੂਆਤ ਇਸੇ ਹੀ ਸਿੱਖ ਤੋਂ ਹੁੰਦੀ ਹੈ, ਭਾਈ ਹਾਠੂ ਸਿੰਘ ਤੋਂ, ਜਿਹੜਾ ਹਿੰਮਤ ਦੇ ਕਰਕੇ ਅਬਦਾਲੀ ਦੇ ਉੱਪਰ ਹਮਲਾ ਕਰਨ ਵਾਸਤੇ ਗਿਆ ਸੀ। ਹੁੰਦਾ ਕੀ ਉਸ ਵੇਲੇ, ਉਹਨੂੰ ਇੱਕ ਤਲਵਾਰ ਦਿੱਤੀ ਜਾਂਦੀ ਹੈ ਔਰ ਉਹਦੇ ਤਨ ਦੇ ਉੱਪਰ ਇੱਕ ਭੂਰਾ ਤੇ ਇੱਕ ਕਸ਼ਹਿਰਾ। ਕੋਈ ਆਰਮਰ ਨਹੀਂ, ਕੋਈ ਜ਼ਰਾ ਬਖਤਰ ਨਹੀਂ, ਕੋਈ ਲੋਹ ਟੋਪ ਨਹੀਂ, ਕੁਛ ਵੀ ਨਹੀਂ। ਉਹਨੂੰ ਤਲਵਾਰ ਦਿੱਤੀ ਜਾਂਦੀ ਹੈ ਤੇ ਮੁਕਾਬਲਾ ਕਰਨ ਦੇ ਵਾਸਤੇ ਕਿਹਾ ਜਾਂਦਾ ਹਾਥੀ ਦੇ ਨਾਲ, ਪੂਰੀ ਤਰ੍ਹਾਂ ਦੇ ਨਾਲ ਆਰਮਰ ਦੇ ਵਿੱਚ, ਲੋਹ ਕਵਚ ਦੇ ਵਿੱਚ ਹਾਥੀ ਤੇ ਅੱਗੇ ਸਿੱਖ। ਹੁਣ ਇਹ ਕਿਤੇ ਗਲੈਡੀਏਟਰਸ ਤੋਂ ਛੋਟੀ ਗੱਲ ਹੈ? ਉੱਥੇ ਤਾਂ ਬਸਤਰ ਚੁਣਨ ਦੀ ਖੁੱਲ੍ਹ, ਉੱਥੇ ਤਾਂ ਸ਼ਸਤਰ ਚੁਣਨ ਦੀ ਖੁੱਲ੍ਹ, ਇੱਥੇ ਤਾਂ ਸਿੱਖ ਨੂੰ ਤਲਵਾਰ ਦਿੱਤੀ ਗਈ ਹੈ, ਮੁਕਾਬਲਾ ਹਾਥੀ ਦੇ ਨਾਲ। ਜੇਕਰ ਤੁਸੀਂ ਵਾਈਲਡ ਐਨੀਮਲ ਹੰਟਿੰਗ ਕਿਤੇ ਪੁਰਾਣਾ ਇਤਿਹਾਸ ਪੜ੍ਹੋ ਤੇ ਹਾਥੀ ਨੂੰ ਤਲਵਾਰ ਨਾਲ ਮਾਰਿਆ ਨਹੀਂ ਜਾਂਦਾ, ਬਰਸ਼ੇ ਦੇ ਨਾਲ ਮਾਰਿਆ ਜਾਂਦਾ। ਈਵਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਭੇਜਿਆ ਤੇ ਉਦੋਂ ਵੀ ਨਾਗਨੀ ਬਰਸ਼ਾ ਦੇ ਕੇ ਭੇਜਿਆ, ਕਿਉਂਕਿ ਅੱਗੋਂ ਹਾਥੀ ਆ ਰਿਹਾ ਸੀ। ਪਰ ਇੱਥੇ ਗੁਰੂ ਥੋੜਾ ਜਿਹੜਾ ਤੁਹਾਨੂੰ ਆ ਰਹੇ ਦੁਸ਼ਮਣ ਦੇ ਅਨੁਸਾਰ ਹਥਿਆਰ ਦੇ ਕੇ ਭੇਜੇਗਾ। ਇੱਥੇ ਤੇ ਤੁਹਾਡਾ ਦੁਸ਼ਮਣ ਬੈਠਾ, ਉਹ ਹਥਿਆਰ ਦੇਵੇਗਾ ਜਿਹਦੇ ਨਾਲ ਤੁਹਾਡੀ ਮੌਤ ਜਲਦੀ ਹੋਵੇ ਤੇ ਤੁਹਾਡੀ ਮੌਤ ਦਾ ਤਮਾਸ਼ਾ ਬਾਦਸ਼ਾਹ ਵੇਖ ਸਕੇ। ਸੋ ਸਰਬੁਲੰਦ ਖਾਨ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਫੌਜਦਾਰ ਸੀ, ਉਸਨੇ ਭਾਈ ਹਾਠੂ ਸਿੰਘ ਨੂੰ ਤਲਵਾਰ ਦੇ ਦਿੱਤੀ। ਹੁਣ ਭਾਈ ਹਾਠੂ ਸਿੰਘ ਹਾਥੀ ਦੇ ਸਾਹਮਣੇ ਆ। ਹਾਥੀ ਜਦੋਂ ਭਾਈ ਹਾਠੂ ਸਿੰਘ ਵੱਲ ਆਇਆ ਤੇ ਭਾਈ ਹਾਠੂ ਸਿੰਘ ਬੜੀ ਫੁਰਤੀ ਦੇ ਨਾਲ ਹਾਥੀ ਦੇ ਪਿਛਲੇ ਪਾਸੇ ਗਿਆ ਤੇ ਇੰਨੀ ਜ਼ੋਰ ਦੀ ਵਾਰ ਕੀਤਾ ਕਿ ਹਾਥੀ ਦੀ ਇੱਕ ਲੱਤ ਜਿਹੜੀ ਸੀ ਉਹ ਵੱਢ ਦਿੱਤੀ। ਹਾਥੀ ਜ਼ਮੀਨ ਤੇ ਡਿੱਗ ਪਿਆ। ਦੂਜਾ ਵਾਰ ਉਸਦੀ ਸੁਣ ਤੇ ਕੀਤਾ, ਉਹ ਵੀ ਵੱਕ ਕਰ ਦਿੱਤੀ ਤੇ ਹਾਥੀ ਉੱਥੇ ਬੈਠਾ ਚੀਕਾਂ ਮਾਰ ਰਿਹਾ। ਤੇ ਅਹਿਮਦ ਸ਼ਾਹ ਅਬਦਾਲੀ ਸਰਬੁਲੰਦ ਨੂੰ ਪਤਾ ਕੀ ਕਹਿੰਦਾ? ਕਹਿੰਦਾ ਜੇ ਇਹਨਾਂ ਲੋਕਾਂ ਦੇ ਵਿੱਚ ਇੰਨੀ ਹਿੰਮਤ ਹੈ ਤੇ ਸਾਡੇ ਕੋਲੋਂ ਖਤਮ ਨਹੀਂ ਹੋਣੇ, ਭੁੱਲ ਜਾ। ਹੁਣ ਇਹ ਜਿਹੜੀ ਇੰਨੀ ਜ਼ਿਆਦਾ ਹਿੰਮਤ ਹੈ, ਉਹ ਆ ਕਿੱਥੋਂ ਰਹੀ ਹੈ? ਧਰਮ ਦੇ ਵਿੱਚੋਂ। ਕਿਉਂਕਿ ਧਰਮ ਦੇ ਵਿੱਚੋਂ ਅਸੀਂ ਇੱਕ ਵਿਚਾਰਧਾਰਾ ਨੂੰ ਗ੍ਰਹਿਣ ਤਾਂ ਕਰ ਲਿਆ ਨਾ ਕਿ ਮਰਨਾ ਅਸੀਂ ਸਾਰੇ ਹੀ। ਵੇਖੋ, ਚਾਹੇ ਤੁਸੀਂ ਹੋ, ਮੈਂ, ਮੇਰਾ ਮਾਂ-ਬਾਪ ਜਾਂ ਮੇਰੇ ਬੱਚੇ, ਦੁਨੀਆ ਤੇ ਕਿਸੇ ਨੇ ਵੀ ਨਹੀਂ ਰਹਿਣਾ। ਵਾਰੀ ਹੈ, ਕੋਈ ਪਹਿਲਾਂ ਜਾ ਸਕਦਾ ਹੈ, ਕੋਈ ਬਾਅਦ 'ਚ ਜਾ ਸਕਦਾ ਹੈ। ਪਰ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਫੈਸਲਾ ਸੁਣਾ ਦਿੱਤਾ ਹੈ ਨਾ ਕਿ ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਮੌਤ ਤੋਂ ਬਚਿਆ ਨਹੀਂ ਜਾ ਸਕਦਾ, ਪਰ ਗੁਰੂ ਕਿਰਪਾ ਕਰੇ ਮੌਤ ਦੇ ਡਰ ਤੋਂ ਬਚਿਆ ਜਾ ਸਕਦਾ। ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹੇ ਸਭ ਕੋਈ, ਸਹਜੇ ਮਰੇ ਅਮਰ ਹੋਏ ਸੋਈ। ਕਹਿ ਕਬੀਰ ਮਨ ਭਇਆ ਆਨੰਦਾ, ਗਇਓ ਭਰਮ ਰਹਿਓ ਪਰਮ ਆਨੰਦਾ। ਜਦੋਂ ਇਹ ਭਰਮ ਦੂਰ ਹੋ ਜਾਏਗਾ ਨਾ, ਨਹੀਂ ਤੇ ਜਿੰਨੇ ਵੀ ਸਾਡੇ ਜ਼ਿੰਦਗੀ ਦੇ ਉਪਰਾਲੇ ਨੇ, ਕੋਈ ਮੌਤ ਵਾਸਤੇ ਥੋੜਾ, ਅਸੀਂ ਤੇ ਜੀਣਾ ਚਾਹੁੰਦੇ ਹਾਂ। ਤੇ ਪਾਤਸ਼ਾਹ ਕਹਿੰਦੇ ਇੰਝ ਹੋ ਹੀ ਨਹੀਂ ਸਕਦਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਸਾਰਿਆਂ ਅਸੀਂ ਜਾਣਾ ਹੈ। ਪਰ ਜਦੋਂ ਤੁਸੀਂ ਗੁਰੂ ਪਾਤਸ਼ਾਹ ਦੇ ਨਾਲ, ਸ਼ਬਦ ਨਾਲ ਜੁੜ ਕੇ ਧਰਮ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਤੇ ਵਿਚਾਰਧਾਰਾ ਨੂੰ ਸਮਝੋਗੇ ਨਾ, ਤੇ ਮੌਤ ਤੋਂ ਤਾਂ ਕੋਈ ਵੀ ਨਹੀਂ ਬਚ ਸਕਦਾ। ਮੌਤ ਦੇ ਭੈ ਤੋਂ ਬਚ ਜਾਓਗੇ, ਮੌਤ ਦੇ ਡਰ ਤੋਂ ਮੁਕਤ ਜ਼ਰੂਰ ਹੋ ਜਾਓਗੇ, ਪਰ ਮੇਰੇ ਲੈਕਚਰ ਦੇ ਨਾਲ ਨਹੀਂ, ਸ਼ਬਦ ਦੇ ਨਾਲ। ਕਿਉਂਕਿ ਜੋ ਮੈਂ ਕਹਿ ਰਿਹਾ ਇਹ ਅੰਤਮ ਸੱਚ ਨਹੀਂ ਹੈ। ਇਹ ਮੇਰੀ ਪਰਿਭਾਸ਼ਾ ਜਾਂ ਵਿਆਖਿਆ ਹੋ ਸਕਦੀ ਹੈ। ਹੋ ਸਕਦਾ ਸੰਗਤ ਦੇ ਵਿੱਚ ਬੈਠੇ ਕਿਸੇ ਵਿਅਕਤੀ ਦੀ ਜਾਂ ਕਿਸੇ ਸ਼ਖਸੀਅਤ ਦੀ ਵਿਆਖਿਆ ਇਹਦੇ ਤੋਂ ਵੀ ਬਹੁਤ ਉੱਚੀ ਹੋਵੇ, ਪਰ ਉਹ ਵੀ ਗੁਰੂ ਤੋਂ ਉੱਚੀ ਨਹੀਂ। ਅੰਤਮ ਸੱਚ ਸ਼ਬਦ ਹੈ।
ਮੇਰੇ ਲੈਕਚਰ ਕਰਕੇ ਜਾਂ ਮੈਨੂੰ ਸੁਣ ਕੇ ਤੁਸੀਂ ਭੈ ਤੋਂ ਮੁਕਤ ਨਹੀਂ ਹੋਣਾ। ਤੁਸੀਂ ਤੇ ਨਿਰਭਉ ਨੂੰ ਮੰਨਣ ਤੋਂ ਬਾਅਦ ਭੈ ਤੋਂ ਮੁਕਤ ਹੋਣਾ। ਸੋ ਉਹ ਹੁਣ ਕਹਿੰਦਾ ਕਿ ਅਸੀਂ ਇਸ ਭੈ ਤੋਂ ਮੁਕਤ ਹਾਂ। ਤੇ ਅਬਦਾਲੀ ਇਸ ਗੱਲ ਨੂੰ ਸਮਝ ਗਿਆ ਕਿ ਜਿਹੜੀ ਕੌਮ ਮੌਤ ਦੇ ਭੈ ਤੋਂ ਮੁਕਤ ਹੈ, ਇਹਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ। ਕਿਉਂਕਿ ਜਦੋਂ ਤੁਸੀਂ ਧਰਮ ਦੀ ਵਿਚਾਰਧਾਰਾ ਨੂੰ ਸਮਝ ਕੇ ਮੌਤ ਦੇ ਭੈ ਤੋਂ ਮੁਕਤ ਹੋ ਗਏ ਨਾ, ਤੇ ਪ੍ਰੀਤ ਦੇ ਨਾਲ ਜੁੜ ਗਏ, ਤੇ ਜਿਹੜਾ ਮੋਹ ਹੈ ਉਹਦੇ ਬੰਧਨ ਕੱਟੇ ਜਾਂਦੇ ਨੇ। ਗੁਰਬਾਣੀ ਵਿੱਚ ਬਹੁਤ ਸੋਹਣਾ ਫਰਮਾਨ ਹੈ ਨਾ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਭਗਤ ਰਵਿਦਾਸ ਜੀ ਕਹਿੰਦੇ ਕਿ ਪ੍ਰਮਾਤਮਾ ਤੂੰ ਸਾਨੂੰ ਮੋਹ ਦੇ ਤੰਦਾਂ 'ਚ ਬੰਨ੍ਹ ਦਿੰਦਾ ਹੈ, ਪਰ ਮੈਂ ਤੈਨੂੰ ਪ੍ਰੇਮ ਦੇ ਤੰਦ ਦੇ ਵਿੱਚ ਬੰਨ੍ਹ ਲਿਆ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਤੂੰ ਸਾਨੂੰ ਮੋਹ 'ਚ ਬੰਨ੍ਹਦਾ ਸੀ, ਮੈਂ ਤੈਨੂੰ ਪਿਆਰ 'ਚ ਬੰਨ੍ਹ ਲਿਆ। ਪਰ ਤੇਰੀ ਆਰਾਧਨਾ ਕਰਕੇ ਮੈਂ ਤੇ ਮੁਕਤ ਹੋ ਗਿਆ। ਪਰ ਜੇ ਤੇਰੇ 'ਚ ਹਿੰਮਤ ਹੈ ਤੇ ਤੂੰ ਪਿਆਰ ਦੇ ਵਿੱਚੋਂ ਦੂਰ ਜਾ ਕੇ ਦੱਸ, ਹੁਣ ਤੂੰ ਮੇਰੇ ਤੋਂ ਦੂਰ ਜਾ। ਇਹ ਦਾਅਵਾ ਕਿੱਥੇ ਹੁੰਦਾ ਹੈ? ਜਿੱਥੇ ਤੁਹਾਡਾ ਪਿਆਰ ਇਵੇਂ ਦਾ ਹੁੰਦਾ, ਜਿੱਥੇ ਪ੍ਰੇਮ ਤੁਹਾਡਾ ਇਵੇਂ ਦਾ ਹੁੰਦਾ, ਉੱਥੇ ਇਹ ਦਾਅਵਾ ਹੁੰਦਾ ਹੈ। ਔਰ ਉਸ ਪ੍ਰੇਮ ਦੇ ਦਾਅਵੇ ਦੇ ਵਾਸਤੇ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਿਆਂ ਮੋਹ ਜਿਹੜਾ ਉਹਦੀਆਂ ਤੰਦਾਂ ਨੂੰ ਤੋੜਨਾ ਪੈਂਦਾ, ਜਿਹੜੀਆਂ ਨਹੀਂ ਟੁੱਟਦੀਆਂ, ਪਰ ਤੋੜਨਾ ਪੈਂਦਾ। ਰੱਖ ਕੇ ਵੀ ਅਸੀਂ ਕੁਛ ਨਹੀਂ ਕਰ ਸਕਦੇ। ਅਕਸਰ ਇਹ ਜਿੰਨਾ ਵੀ ਮਟੀਰੀਅਲਿਜ਼ਮ ਹੈ, ਘਰ ਪਰਿਵਾਰ ਹੈ, ਇਹਨੂੰ ਵੀ ਛੱਡ ਕੇ ਜਾਣਾ ਹੈ, ਪਰਿਵਾਰ ਨੂੰ ਵੀ ਛੱਡ ਕੇ ਜਾਣਾ ਹੈ, ਸੰਸਾਰ ਨੂੰ ਵੀ ਛੱਡ ਕੇ ਜਾਣਾ ਹੈ, ਤੇ ਜੋ ਕੁਝ ਦਿਸ ਰਿਹਾ ਹੈ ਸਭ ਕੁਝ ਨੂੰ ਅਸੀਂ ਛੱਡ ਕੇ ਜਾਣਾ। ਇਹ ਅੰਤਮ ਸੱਚ ਹੈ। ਪਰ ਇਹਦੀ ਜਿਹੜੀ ਸੋਝੀ ਹੈ ਇਹ ਸ਼ਬਦ ਦੇ ਵਿੱਚ ਹੋ ਸਕਦੀ ਹੈ। ਤੇ ਜੇਕਰ ਅਸੀਂ ਧਰਮ ਦੀ ਇਸ ਵਿਚਾਰਧਾਰਾ ਨੂੰ ਸਮਝ ਲਈਏ, ਫਿਰ ਧਰਮ ਤੋਂ ਬਾਅਦ ਜਦੋਂ ਹਿੰਮਤ ਆਉਂਦੀ ਹੈ, ਤੇ ਜਿਸ ਹਿੰਮਤ ਦੇ ਨਾਲ ਫਿਰ ਜਿਹੜਾ ਤੁਹਾਡਾ ਮਨ ਉਸ ਹਿੰਮਤ ਦੇ ਨਾਲ ਇੰਨਾ ਕੁ ਤਗੜਾ ਹੋ ਜਾਂਦਾ ਹੈ ਕਿ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਟੁੱਟਦੀਆਂ ਨੇ, ਮੋਹ ਕੰਮ ਹੋ ਜਾਂਦਾ ਹੈ। ਹੁਣ ਮੋਹ ਕੰਮ ਦੀ ਇਤਿਹਾਸ ਦੇ ਵਿੱਚ ਇੱਕ ਵਿਆਖਿਆ ਨੂੰ ਸਮਝਣ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਜੈਸੇ ਏਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਧਿਕ ਪਿਆਰੋ ਸੁਤ ਗੋਦ ਕੋ। ਕਹਿੰਦੇ ਮਾਂ ਨੂੰ ਆਪਣੇ ਸਾਰੇ ਹੀ ਬੱਚੇ ਚੰਗੇ ਲੱਗਦੇ ਨੇ, ਪਰ ਕੁਦਰਤਨ ਜਿਹੜਾ ਬੱਚਾ ਛੋਟਾ ਗੋਦ ਦੇ ਵਿੱਚ ਹੁੰਦਾ ਹੈ ਨਾ, ਉਹਨੂੰ ਹਮੇਸ਼ਾ ਜ਼ਿਆਦਾ ਪਿਆਰ ਮਿਲਦਾ। ਇਹ ਸੱਚ ਹੈ ਨਾ ਸਾਡੇ ਪਰਿਵਾਰਾਂ 'ਚ ਮੋਹ, ਕਿਉਂਕਿ ਵੱਡੇ ਗੋਦ 'ਚੋਂ ਦੂਰ ਹੁੰਦੇ ਨੇ, ਤੇ ਜਿਹੜਾ ਬੱਚਾ ਛੋਟਾ ਗੋਦ ਦੇ ਵਿੱਚ ਹੁੰਦਾ ਹੈ ਉਹਨੂੰ ਜ਼ਿਆਦਾ ਪਿਆਰ ਮਿਲਦਾ ਹੈ। ਜੈਸੇ ਏਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਧਿਕ ਪਿਆਰੋ ਸੁਤ ਗੋਦ ਕੋ। ਗੋਦ ਵਾਲੇ ਬੱਚੇ ਨੂੰ ਜ਼ਿਆਦਾ ਪਿਆਰ ਮਿਲਦਾ ਹੈ। ਤੇ ਉਹ ਸਾਡੀਆਂ ਵਡੇਰੀਆਂ ਕੌਣ ਹੋਣਗੀਆਂ, ਉਹਨਾਂ ਦਾ ਮੋਹਕਮ ਦਾ ਪੱਧਰ ਕਿੱਥੇ ਹੋਵੇਗਾ, ਉਹ ਹਿੰਮਤ ਤੇ ਧਰਮ ਦੀ ਪਰਿਭਾਸ਼ਾ ਨੂੰ ਕਿੰਨੀਆਂ ਸਮਝਦੀਆਂ ਹੋਣਗੀਆਂ, ਜਿਨ੍ਹਾਂ ਦੀ ਗੋਦ ਦੇ ਵਿੱਚ ਜਿਹੜਾ ਅਧਿਕ ਪਿਆਰੋ ਸੁਤ ਗੋਦ ਤੋਂ ਹੈ ਉਹਦੇ ਵੀ ਟੁਕੜੇ ਟੁਕੜੇ ਕੀਤੇ ਜਾ ਰਹੇ। ਜਿਸ ਵੇਲੇ ਮੀਰ ਮੰਨੂ ਤੱਕ ਇਹ ਖਬਰ ਪਹੁੰਚੀ ਕਿ ਜੰਗਲਾਂ ਦੇ ਵਿੱਚ ਸਿੱਖ ਜਿਹੜੇ ਨੇ ਫਿਰ ਲਾਮਬੰਦ ਹੋ ਰਹੇ ਨੇ, ਉਸਨੇ ਆਪਣੇ ਸੂਹੀਏ ਭੇਜੇ ਕਿ ਬੇਸ਼ੱਕ ਲਾਮਬੰਦ ਹੋ ਰਹੇ ਨੇ, ਹਕੂਮਤ ਨੂੰ ਇਹਨਾਂ ਤੋਂ ਖਤਰਾ ਹੈ, ਪਰ ਇੱਕ ਗੱਲ ਦਾ ਤੇ ਪਤਾ ਲਗਾਉਣਾ ਚਾਹੀਦਾ ਨੇ ਕਿ ਕਿਹੜੇ ਲੋਕ ਨੇ ਜਿਹੜੇ ਇਹਨਾਂ ਦੀ ਮਦਦ ਕਰਦੇ ਨੇ। ਜੰਗਲ ਦੇ ਵਿੱਚ ਬੈਠਿਆਂ ਵੀ ਇਹਨਾਂ ਦੀ ਰੋਟੀ ਦਾ ਸਾਧਨ ਕੀ ਹੈ। ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਉਸਨੇ ਆਪਣੇ ਸੂਹੀਏ ਭੇਜੇ, ਖੁਫੀਆ ਵਿਭਾਗ ਦੇ ਬੰਦੇ ਭੇਜੇ। ਅਖੀਰ ਇੱਕ ਗੱਲ ਆਈ ਵੀ ਜਿਹੜੀਆਂ ਬੀਬੀਆਂ ਘਰਾਂ ਦੇ ਵਿੱਚ ਖੇਤੀਬਾੜੀ ਕਰਦੇ ਪਰਿਵਾਰਾਂ 'ਚ ਰਹਿੰਦੀਆਂ ਨੇ, ਉਹ ਕਿਤੇ ਨਾ ਕਿਤੇ ਚੋਰੀ ਛਿਪੇ ਆਟਾ ਪੀਸ ਕੇ ਤੇ ਥੋੜਾ ਬਹੁਤਾ ਰਾਸ਼ਨ ਪਾਣੀ ਜੰਗਲ 'ਚ ਸਿੰਘਾਂ ਤੱਕ ਪਹੁੰਚਾ ਦਿੰਦੀਆਂ ਨੇ ਕਿ ਸਾਡੇ ਭਰਾ ਜਿਹੜੇ ਨੇ ਉਹ ਮੈਦਾਨੇ ਜੰਗ 'ਚ ਲੜ ਰਹੇ ਨੇ। ਉਸਨੇ ਉਸੇ ਵੇਲੇ ਇੱਕ ਦਸਤੀ ਫਰਮਾਨ ਜਾਰੀ ਕੀਤਾ ਹੈ ਕਿ ਪਿੰਡਾਂ ਦੇ ਵਿੱਚੋਂ ਬੀਬੀਆਂ ਗ੍ਰਿਫਤਾਰ ਕੀਤੀਆਂ ਜਾਣ। ਪਿੰਡਾਂ ਦੇ ਵਿੱਚੋਂ ਬੀਬੀਆਂ ਗ੍ਰਿਫਤਾਰ ਕੀਤੀਆਂ ਗਈਆਂ। ਛੋਟੇ ਛੋਟੇ ਬੱਚੇ ਜਿਹੜੇ ਗੋਦ ਦੇ ਵਿੱਚ ਨੇ, ਕੁਦਰਤੀ ਮਾਂ ਦੇ ਨਾਲ ਹੀ ਆਉਣੇ ਸੀ। ਬਹੁਤ ਸਾਰੀਆਂ ਬੀਬੀਆਂ ਔਰ ਬੱਚੇ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਾਹੌਰ ਦੀ ਜੇਲ੍ਹ ਦੇ ਵਿੱਚ ਰੱਖ ਦਿੱਤੇ ਗਏ। ਹੁਣ ਜ਼ਕਰੀਆ ਖਾਨ ਦੇ ਸਮੇਂ ਦੀ ਵੀ ਇੱਕ ਘਟਨਾ ਹੈ, ਖੈਰ ਉਹ ਬਾਅਦ 'ਚ ਸਾਂਝੀ ਕਰਦੇ ਹਾਂ, ਪਰ ਮੀਰ ਮੰਨੂ ਦੀ ਗੱਲ ਕਰੀਏ। ਮੀਰ ਮੰਨੂ ਦਾ ਕਾਜ਼ੀ ਹੈ ਅਬਦੁਲ ਹਕ। ਅਬਦੁਲ ਹਕ ਨੂੰ ਮੀਰ ਮੰਨੂ ਕਹਿੰਦਾ ਕਿ ਸਾਰੀਆਂ ਸਿੱਖਾਂ ਦੀਆਂ ਬੀਬੀਆਂ ਤੇ ਉਹਨਾਂ ਦੇ ਬੱਚੇ ਜੇਲ੍ਹ ਦੇ ਵਿੱਚ ਨੇ, ਪਰ ਤੂੰ ਕੱਲ ਜਾ ਕੇ ਇੱਕ ਪੇਸ਼ਕਸ਼ ਇਹਨਾਂ ਨੂੰ ਦੇ ਦੇਣੀ ਹੈ, ਇੱਕ ਆਫਰ ਦੇ ਦੇਣੀ ਹੈ ਕਿ ਜਿਹੜੀ ਵੀ ਬੀਬੀ
ਆਪਣੇ ਧਰਮ ਨੂੰ ਛੱਡ ਕੇ ਦੀਨੇ ਇਸਲਾਮ 'ਚ ਆਉਣਾ ਚਾਹਵੇ, ਉਹਦੀ ਜ਼ਿੰਦਗੀ ਵੀ ਬਚੇਗੀ ਤੇ ਉਸ ਨੂੰ ਹਰਮ ਦੇ ਵਿੱਚ ਬੇਗਮਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਵਧੀਆ ਆਫਰ ਹੈ ਦੁਨਿਆਵੀ ਨਜ਼ਰੀਏ ਤੋਂ ਵੇਖਿਆ ਜਾਵੇ। ਸਵੇਰੇ ਅਬਦੁਲ ਹਕ ਜਾਂਦਾ ਹੈ ਕਾਜ਼ੀ, ਤੇ ਜਾ ਕੇ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਕਹਿੰਦਾ ਕਿ ਅੱਜ ਤੁਹਾਡੀ ਜੇਲ੍ਹ ਦਾ ਜਾਂ ਤੁਹਾਡੀ ਇਸ ਕਾਰਾਵਾਸ ਦਾ ਪਹਿਲਾ ਦਿਨ ਹੈ, ਤੇ ਪਹਿਲੇ ਦਿਨ 'ਚ ਮੁਸ਼ੱਕਤ ਜਿਹੜੀ ਤੁਹਾਨੂੰ ਸਜ਼ਾ ਦੇਣੀ ਹੈ, ਜਿਹੜੀ ਮਿਹਨਤ ਕਰਾਉਣੀ ਹੈ, ਉਸ ਮਿਹਨਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੇਸ਼ਕਸ਼ ਦੇਣਾ ਚਾਹੁੰਦਾ ਹੈ ਕਿ ਅਜੇ ਵੀ ਜਿਹੜੀ ਬੀਬੀ ਆਪਣੇ ਧਰਮ ਨੂੰ ਛੱਡ ਕੇ ਦੀਨੇ ਇਸਲਾਮ ਦੇ ਵਿੱਚ ਆਉਣ ਦੇ ਵਾਸਤੇ ਕਲਮਾ ਕੁਰਾਨ ਪੜ੍ਹ ਲਵੇ, ਉਹ ਰਾਜੇ ਦੇ ਸ਼ਾਹੀ ਹਰਮ ਦੇ ਵਿੱਚ ਜਾਵੇਗੀ। ਕੋਈ ਇੱਕ ਵੀ ਬੀਬੀ ਦੀਨੇ ਇਸਲਾਮ ਕਬੂਲ ਨਹੀਂ ਕਰਦੀ। ਫਿਰ ਉਹ ਕਹਿੰਦਾ ਕਿ ਠੀਕ ਹੈ, ਜੇ ਤੁਸੀਂ ਦੀਨੇ ਇਸਲਾਮ ਕਬੂਲ ਨਹੀਂ ਕਰਨਾ ਤੇ ਅੱਜ ਤੋਂ ਹੁਣ ਤੁਹਾਡੀ ਜਿਹੜੀ ਸਜ਼ਾ ਸ਼ੁਰੂ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਘਰਾਂ ਦੇ ਵਿੱਚ ਚੱਕੀ ਪੀਸ ਕੇ ਸਾਡੇ ਦੁਸ਼ਮਣਾਂ ਨੂੰ ਜੰਗਲ ਦੇ ਵਿੱਚ ਰੋਟੀ ਦੇ ਕੇ ਆਉਂਦੀਆਂ ਸੀ, ਹੁਣ ਸਾਡੀ ਫੌਜ ਦੇ ਵਾਸਤੇ ਆਟਾ ਪੀਣਾ ਪਵੇਗਾ। ਤੁਹਾਨੂੰ ਰੋਜ਼ 1.25 ਮਣ ਪੀਸਣਾ ਪਵੇਗਾ ਤੇ ਉਹਦੇ ਇਵਜ਼ ਦੇ ਵਿੱਚ, ਉਹਦੇ ਬਦਲੇ ਦੇ ਵਿੱਚ ਤੁਹਾਨੂੰ ਅੱਧੀ ਰੋਟੀ ਮਿਲੇਗੀ ਤੇ ਅੱਧਾ ਪਿਆਲਾ ਪਾਣੀ ਦਾ ਮਿਲੇਗਾ। ਸਾਡੀ ਵੱਲੋਂ ਆਪ ਖਾ ਲਿਓ ਤੇ ਸਾਡੀ ਵੱਲੋਂ ਬੱਚੇ ਨੂੰ ਖਵਾ ਦਿਓ। ਹੁਣ ਇਹ ਤਾਂ ਮਾਂ ਦੀ ਮਮਤਾ ਹੈ ਨਾ, ਕਿ ਮਾਂ ਆਪ ਭੁੱਖੀ ਰਹਿ ਸਕਦੀ ਹੈ ਪਰ ਬੱਚੇ ਨੂੰ ਨਹੀਂ। ਹੁਣ ਸਾਰਾ ਦਿਨ ਚੱਕੀ ਪੀਸਦੀਆਂ ਨੇ, ਇਹ ਪਹਿਲੇ ਦਿਨ ਦੀ ਘਟਨਾ, ਸਾਰਾ ਦਿਨ ਚੱਕੀ ਪੀਸੀ ਤੇ ਮੀਰ ਮੰਨੂ ਅਬਦੁਲ ਹਕ ਨੂੰ ਕਹਿੰਦਾ ਜਾ ਕੇ ਵੇਖ ਕੇ ਤੇ ਆ ਕਿ ਟੁੱਟ ਗਈਆਂ ਹੋਣਗੀਆਂ, ਬੜਾ ਔਖਾ ਹੈ, ਸਾਰਾ ਦਿਨ ਗਰਮੀਆਂ ਦੇ ਦਿਨ ਪਾਣੀ ਨਾ ਪੀਣਾ, ਖਾਣ ਨੂੰ ਕੁਝ ਨਾ ਹੋਣਾ, ਤੇ ਚੱਕੀ ਪੀਸਣੀ 1.25 ਮਣ ਪੀਸਣ, ਜੇ 1.25 ਮਣ ਕੱਚਾ ਹੋਵੇ ਤਾਂ 20 ਕਿਲੋ ਦੇ ਕਰੀਬ, 20 ਕਿਲੋ ਕਣਕ ਪੀਸਣੀ, ਦਾਣਾ ਪੀਸਣਾ, ਟੁੱਟ ਗਈਆਂ ਹੋਣਗੀਆਂ ਮਾਨਸਿਕ ਤੌਰ ਤੇ। ਜਦੋਂ ਉਹ ਸ਼ਾਮ ਨੂੰ ਆਇਆ ਤੇ ਸਾਰੀਆਂ ਬੀਬੀਆਂ ਆਪੋ ਆਪਣਾ ਪੀਸ ਕੇ ਵਿਹਲੀਆਂ ਹੋ ਚੁੱਕੀਆਂ ਨੇ, ਸਾਰੀਆਂ ਨੇ ਮਿਲ ਕੇ ਰਹਿ ਰਾਸ ਸਾਹਿਬ ਦਾ ਅਰਦਾਸ ਕੀਤੀ, ਪਾਠ ਕੀਤਾ, ਅਰਦਾਸ ਕੀਤੀ ਤੇ ਉਪਰੰਤ ਕਹਿੰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤੇ ਇੱਕ ਸ਼ਬਦ ਹੋਰ ਬੜਾ ਪਿਆਰਾ ਵਰਤਿਆ, ਉਹ ਸ਼ਬਦ ਸੀ ਸੱਚੇ ਪਾਤਸ਼ਾਹ ਤੇਰੇ ਭਾਣੇ ਅੰਦਰ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ ਤੇ 4 ਪਹਿਰ ਰਹਿਣ ਸੁੱਖ ਦੀ ਬਤੀਤ ਹੋਵੇ। ਹੁਣ ਜਦੋਂ ਇਹ ਗੱਲ ਮੀਰ ਮੰਨੂ ਨੂੰ ਜਾ ਕੇ ਦੱਸਦਾ ਉਸਦਾ ਕਾਜ਼ੀ, ਕਹਿੰਦਾ ਉਹ ਤਾਂ ਹੈ ਹੀ ਵੱਖਰੇ ਆਨੰਦ ਦੇ ਵਿੱਚ, ਤੂੰ ਕਹਿੰਦਾ ਸੀ ਟੁੱਟ ਗਈਆਂ ਹੋਣਗੀਆਂ ਮਾਨਸਿਕ ਤੌਰ ਤੇ, ਉਹ ਤਾਂ ਕਹਿ ਰਹੀਆਂ ਕਿ ਦਿਨ ਆਨੰਦ ਦੇ ਵਿੱਚ ਬਤੀਤ ਹੋਇਆ। ਕਹਿੰਦਾ ਫਿਰ ਇੰਜ ਕਰੋ, ਜਿਹੜੀਆਂ ਬੀਬੀਆਂ ਗਰਭਵਤੀ ਨੇ, ਪ੍ਰੈਗਨੈਂਟ ਨੇ, ਉਹਨਾਂ ਦੇ ਪੇਟ ਦੇ ਉੱਪਰ ਪੱਥਰ ਬੰਨ੍ਹ ਦਿਓ ਕਿ ਰਾਤ ਵੀ ਸੌ ਨਾ ਸਕਣ। ਅਗਲਾ ਦਿਨ ਹੋਇਆ, ਪੇਟ ਦੇ ਉੱਪਰ ਪੱਥਰ ਬੰਨ੍ਹ ਦਿੱਤੇ ਗਏ। ਸਵੇਰ ਦਾ ਦਿਨ ਚੜ੍ਹਿਆ ਤੇ ਨਿਤਨੇਮ ਕਰਕੇ ਅਰਦਾਸ ਕੀ ਹੈ, ਪੇਟ ਦੇ ਉੱਪਰ ਪੱਥਰ, ਗਰਭਵਤੀ, ਸਰੀਰ ਪੀੜਾ ਦੇ ਵਿੱਚ, ਤੇ ਅਰਦਾਸ ਪਤਾ ਕੀ ਹੈ, 4 ਪਹਿਰ ਰਹਿਣ ਸੁੱਖ ਦੀ ਬਤੀਤ ਹੋਈ, ਪਾਤਸ਼ਾਹ ਕਿਰਪਾ ਕਰੀ ਕਿ 4 ਪਹਿਰ ਦਿਨ ਵੀ ਸੁੱਖ ਦਾ ਬਤੀਤ ਹੋਵੇ। ਉਹ ਕਹਿੰਦਾ ਬੜੀ ਅਜੀਬ ਗੱਲ ਹੈ ਕਿ ਜੇ ਦਿਨੇ ਕਸ਼ਟ ਦਿੰਨੇ ਆ ਤੇ ਕਹਿੰਦੀਆਂ ਦਿਨ ਸੁੱਖ ਦਾ ਬਤੀਤ ਹੋਇਆ, ਰਾਤ ਨੂੰ ਕਸ਼ਟ ਦਿੰਦੇ ਆ ਕਹਿੰਦੇ ਰਾਤ ਸੁੱਖ ਦੀ ਬਤੀਤ ਹੋਈ। ਕਹਿੰਦਾ ਫਿਰ ਇਹਨਾਂ ਦੇ ਬੱਚੇ ਜਿਹੜੇ ਆ ਨਾ, ਇਹਨਾਂ ਦੇ ਟੁਕੜੇ ਟੁਕੜੇ ਕਰ ਦਿਓ। ਕੁਝ ਦਿਨਾਂ ਦੇ ਬਾਅਦ ਇਹ ਫਰਮਾਨ ਜਾਰੀ ਹੋ ਗਿਆ ਕਿ ਬੱਚੇ ਜਿਹੜੇ ਨੇ ਉਹ ਟੁਕੜੇ ਟੁਕੜੇ ਕਰਕੇ ਝੋਲੀਆਂ 'ਚ ਪਾ ਦਿੱਤੇ ਜਾਣ। ਸਾਰੀਆਂ ਬੀਬੀਆਂ ਸਾਹਮਣੇ ਨਖਾਸ ਚੌਂਕ ਦੇ ਵਿੱਚ ਇਕੱਠੀਆਂ ਕਰ ਲਈਆਂ ਜਾਈਆਂ। ਜਲਾਦ ਛੋਟੇ ਛੋਟੇ ਬੱਚਿਆਂ ਨੂੰ ਗੋਦੀਆਂ ਦੇ ਵਿੱਚੋਂ ਉਠਾਉਂਦਾ ਹੈ ਤੇ ਇੱਕ ਲੱਕੜੀ ਦੀ ਮੁੱਢੀ ਦੇ ਉੱਪਰ ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਾ ਦਿੰਦਾ ਹੈ, ਲਹੂ ਲਹਾਨ ਹੋਈਆਂ ਝੋਲੀਆਂ। ਇੱਕ ਕਵੀ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦਾ ਇੱਕ ਬੱਚਾ ਮਾਂ ਦੀ ਗੋਦ ਦੇ ਵਿੱਚ ਬੈਠਾ ਹੈ, ਲੇਟਿਆ, ਜਲਾਦ ਉਸ ਨੂੰ ਲੱਤ ਤੋਂ ਫੜਦਾ ਹੈ ਤੇ ਹਵਾ ਦੇ ਵਿੱਚ ਸੁੱਟ ਦਿੰਦਾ ਤੇ ਉਹਦੇ ਥੱਲੇ ਨੇਜਾ ਕਰ ਦਿੰਦਾ, ਵਰਸ਼ਾ ਕਰ ਦਿੰਦਾ। ਬੱਚੇ ਦੇ ਆਰ ਪਾਰ ਹੋ ਜਾਂਦਾ ਨੇਜਾ, ਉਹਦੀ ਇੱਕ ਚੀਕ ਨਿਕਲਦੀ ਹੈ ਤੇ ਬੱਚਾ ਹਮੇਸ਼ਾ ਵਾਸਤੇ ਸ਼ਾਂਤ ਹੋ ਜਾਂਦਾ। ਉਹ ਕਵੀ ਕਹਿੰਦਾ ਮੈਨੂੰ ਇੰਜ ਲੱਗਾ ਕਿ ਜਿਵੇਂ ਮਾਂ ਬੱਚੇ ਦੀ ਆਤਮਾ ਦੇ ਨਾਲ ਇੱਕ ਸਵਾਲ ਕਰ ਰਹੀ ਹੋਵੇ, ਖੂਨ ਨਾਲ ਲੱਥਪੱਥ ਸੂਲੀ ਟੰਗੇ ਪੁੱਤਰ ਨੂੰ ਪੁੱਛਦੀ ਫਿਰੇ ਇੱਕ ਮਾਈ, ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ? ਤੇ ਕਹਿੰਦਾ ਮੈਨੂੰ ਇੰਜ ਲੱਗਾ ਜਿਵੇਂ ਬੱਚੇ ਦਾ ਜਵਾਬ ਹੋਵੇ ਕਿ ਸੁੱਤਿਆਂ ਨੂੰ ਸਾਨੂੰ ਨਾ ਜਗਾਈ ਨੀ ਅੰਮੀਏ, ਹੱਸ ਕੇ ਸ਼ਹੀਦੀ ਅਸਾਂ ਪਾਈ। ਹੁਣ ਬੱਚਿਆਂ ਦੇ ਟੁਕੜੇ ਝੋਲੀਆਂ ਦੇ ਵਿੱਚ, ਝੋਲੀਆਂ ਖੂਨ ਦੇ ਨਾਲ ਲਹੂ ਲਹਾਨ,
ਜ਼ਮੀਨ ਦੇ ਉੱਪਰ ਖੂਨ ਦਾ ਗਲੀਚਾ ਵਿਛਿਆ ਹੋਇਆ। ਅੱਜ ਸ਼ਾਮ ਇੱਥੇ ਬਾਹਰ ਬਤੀਤ ਹੋਣੀ ਹੈ ਤੇ ਰਾਤ ਨੂੰ ਝੋਲੀਆਂ ਦੇ ਵਿੱਚ ਪੁੱਤਰਾਂ ਦੇ ਟੁਕੜੇ ਲੈ ਕੇ ਫੇਰ ਵੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਗਿਆ ਤੇ ਫਿਰ ਅਰਦਾਸ ਕੀਤੀ ਗਈ ਹੈ ਕਿ ਪਾਤਸ਼ਾਹ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ। ਹੁਣ ਕਿਤੇ ਨਾ ਕਿਤੇ ਆਪਣੇ ਵੱਲ ਵੇਖਣ ਦਾ ਯਤਨ ਕਰੀਏ। ਕਸ਼ਟ ਹੈ ਹੀ ਨਹੀਂ ਕੋਈ ਜ਼ਿੰਦਗੀ 'ਚ। ਘਰਾਂ 'ਚ ਏਸੀ, ਗੱਡੀਆਂ 'ਚ ਏਸੀ, ਸਾਰੀਆਂ ਸੁੱਖ ਸਹੂਲਤਾਂ, ਚੰਗੇ ਬੈੱਡ, ਖਾਣ ਨੂੰ ਚੰਗਾ, ਨਾ ਨਿਤਨੇਮ, ਨਾ ਅਰਦਾਸ ਤੇ ਨਾ ਇਹ ਸ਼ੁਕਰ ਕਰਨਾ ਕਿ ਪਾਤਸ਼ਾਹ ਦਿਨ ਸੁੱਖ ਦਾ ਬਤੀਤ ਹੋਇਆ। ਪਰ ਇਹ ਕੌਣ ਸੀ? ਸਾਡੇ ਪਰਿਵਾਰਾਂ 'ਚੋਂ ਸਾਡੀਆਂ ਵਡੇਰੀਆਂ ਨਾ, ਕਿਤੇ ਬਾਹਰੋਂ ਤਾਂ ਨਹੀਂ ਸੀ ਆਈਆਂ। ਪਰ ਉਹ ਕਾਹਦੇ ਕਰਕੇ? ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਧਰਮ ਦੇ ਵਿੱਚੋਂ ਹਿੰਮਤ ਤੇ ਮੋਹਕਮ ਦਾ ਸੰਕਲਪ ਜਿਹੜਾ ਉਹ ਆ ਚੁੱਕਾ ਸੀ। ਤੇ ਜਦੋਂ ਇਹ ਸਾਰੇ ਗੁਣ ਸਿੱਖ ਦੀ ਜ਼ਿੰਦਗੀ 'ਚ ਆ ਜਾਂਦੇ ਨਾ, ਫਿਰ ਪਾਤਸ਼ਾਹ ਕਹਿੰਦੇ ਹੁਣ ਪਤਾ ਤੂੰ ਕੀ ਬਣ ਗਿਆ? ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਫਿਰ ਹੁਣ ਤੂੰ ਸਾਹਿਬ ਹੋ ਗਿਆ। ਪਰ ਉਂਝ ਸਾਹਿਬ ਨਹੀਂ ਹੋ ਸਕਦਾ ਕਿ ਅਸੀਂ ਬਾਕੀ ਗੁਣਾਂ ਨੂੰ ਧਾਰਨ ਹੀ ਨਾ ਕਰੀਏ। ਨਾ ਸਾਡੇ 'ਚ ਦਇਆ ਹੋਵੇ, ਨਾ ਸਾਡੇ 'ਚ ਧਰਮ ਹੋਵੇ, ਨਾ ਸਾਡੇ 'ਚ ਹਿੰਮਤ ਹੋਵੇ ਤੇ ਨਾ ਮੋਹ ਨੂੰ ਛੱਡ ਕੇ ਗੁਰੂ ਦੀ ਪ੍ਰੀਤ ਹੋਵੇ ਤੇ ਫਿਰ ਅਸੀਂ ਕਹੀਏ ਅਸੀਂ ਵੀ ਸਾਹਿਬ ਬਣ ਗਏ। ਨਹੀਂ, ਉਸ ਸਾਹਿਬ ਦੀ ਅਵਸਥਾ ਨੂੰ ਸਮਝੋ, ਉਸ ਗੁਰੂ ਸਾਹਿਬ ਦੇ ਦਿੱਤੇ ਲਕਬ ਨੂੰ, ਉਸ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਗੁਣ ਨੂੰ ਜਾਂ ਉਸ ਬਖਸ਼ਿਸ਼ ਨੂੰ ਸਮਝੋ ਜਦੋਂ ਇਸ ਆਪਣੇ ਆਪ ਚੋਂ ਪ੍ਰਗਟ ਕੀਤੇ ਖਾਲਸੇ ਨੂੰ। ਜਦੋਂ ਗੁਰੂ ਨੇ ਕਹਿ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤੇ ਉਦੋਂ ਖਾਲਸੇ ਦੀ ਝੋਲੀ ਦੇ ਵਿੱਚ ਕੀ ਪਾ ਦਿੱਤਾ? ਪਾਤਸ਼ਾਹ ਨੇ ਇੰਨਾ ਮਾਣ ਪਾ ਦਿੱਤਾ ਨਾ, ਜਿਹੜਾ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਤੁਸੀਂ ਨਹੀਂ ਵੇਖੋਗੇ। ਜਦੋਂ ਮੇਰੇ ਗੁਰਦੇਵ ਪਾਤਸ਼ਾਹ ਨੇ ਕਹਿ ਦਿੱਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਤੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਆਪਣੇ ਪੁੱਤਰਾਂ ਦੇ ਸੀਸ ਪਾਉਂਦੇ ਨੇ। ਔਰ ਹੈਰਾਨਗੀ ਦੀ ਗੱਲ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਨਾ, ਤੇ ਉਹਦੇ ਵਿੱਚ ਆਪਣੇ ਫਰਜ਼ੰਦਾਂ ਦੀ ਸ਼ਹਾਦਤ ਦੇ ਬਾਰੇ ਪਤਾ ਕੀ ਲਿਖਦੇ ਨੇ? ਕਹਿੰਦੇ ਚਿਹਾਂ ਸ਼ੁੱਧ ਕੇ, ਫਾਰਸੀ 'ਚ ਮਤਲਬ ਬਣਦਾ ਕੀ ਹੋ ਗਿਆ। ਇਹ ਸਾਡੇ ਤੇ ਮਾਣ ਹੈ ਗੁਰੂ ਦਾ ਕਿੰਨਾ ਜ਼ਿਆਦਾ। ਕਹਿੰਦੇ ਚਿਹਾਂ ਸ਼ੁੱਧ ਕੇ ਕੀ ਹੋ ਗਿਆ, ਬੱਚਗਾ ਕੁਸ਼ਤਾਂ 4, ਮੇਰੇ 4 ਬੱਚੇ ਸ਼ਹੀਦ ਕਰ ਦਿੱਤੇ ਗਏ, ਮੈਨੂੰ ਕੋਈ ਪਰਵਾਹ ਨਹੀਂ ਕਿ ਬਾਕੀ ਬਿਮਾਨਦਸਤ ਪੇਚੀ ਦਾ ਮਾਰ, ਮੇਰਾ ਖਾਲਸਾ ਪੁੱਤ ਜਿਉਂਦਾ। ਖਾਲਸੇ ਪੁੱਤਰ ਤੇ ਮਾਣ ਹੈ ਕਿ ਮੇਰਾ ਪੁੱਤ ਜਿਉਂਦਾ ਹੈ, ਪਰ ਪੁੱਤਰ ਸ਼ਹੀਦ ਹੋਏ ਨੇ। ਕਹਿੰਦੇ ਕੀ ਹੋ ਗਿਆ? ਚਿਹਾਂ ਸ਼ੁੱਧ ਕੇ ਬੱਚਗਾ ਕੁਸ਼ਤਾਂ 4 ਕਿ ਬਾਕੀ ਬਿਮਾਨਦਸਤ ਪੇਚੀ ਦਾ ਮਾਰ। ਕੋਈ ਰੰਜ ਨਹੀਂ ਹੈ, ਕੋਈ ਅਫਸੋਸ ਨਹੀਂ ਹੈ। ਔਰ ਉਸ ਅਵਸਥਾ ਨੂੰ ਸਮਝਣਾ ਪਵੇਗਾ। ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਉਸ ਅਵਸਥਾ ਨੂੰ ਨਹੀਂ ਸਮਝੇ ਜਿੰਨਾ ਉਹਨਾਂ ਲੋਕਾਂ ਨੇ ਸਮਝਿਆ ਜਿਨ੍ਹਾਂ ਦੇ ਬਾਰੇ ਅਸੀਂ ਕੁਝ ਜਾਣਦੇ ਹੀ ਨਹੀਂ। ਉਹਨਾਂ ਦੇ ਵਿੱਚੋਂ ਮੈਂ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਵਕਤ ਤੇ ਖਤਮ ਹੈ, ਮੈਂ 2 ਮਿੰਟ ਵੱਧ ਲੈ ਰਿਹਾ ਜੀ। ਵਕਤ ਮੈਂ ਤੁਹਾਡਾ ਅੱਗੇ 10 ਮਿੰਟ ਜ਼ਿਆਦਾ ਲੈ ਲਿਆ, 2-4 ਮਿੰਟ ਹੋਰ। ਹਕੀਮ ਮਿਰਜ਼ਾ ਅਲਾਯਾਰ ਖਾਂ ਜੋਗੀ ਇੱਕ ਮੁਸਲਮਾਨ ਸ਼ਾਇਰ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ 2 ਰਚਨਾਵਾਂ ਲਿਖੀਆਂ ਨੇ, ਸ਼ਹੀਦਾਂ ਨੇ ਵਫਾ ਤੇ ਗੰਜੇ ਸ਼ਹੀਦਾਂ। ਗੰਜੇ ਸ਼ਹੀਦਾਂ ਦੇ ਆਖਰੀ ਸ਼ੇਰ ਜਿਹੜੇ ਨੇ ਉਹਨਾਂ ਦੇ 'ਚ ਜਾ ਕੇ ਗੱਲ ਕਹਿੰਦੇ ਨੇ, ਬਸ एक हिंद में तीर्थ है यात्रा के लिए, कटाए बाप ने बेटे जहां खुदा के लिए, मेहर की चमक है तेरे जर्रों में है चमकौर, जहां से फरिश्ते बन के गए आसमां के लिए, दिलाई कौम को सरबाजियों से सरदारी, बराए कौम जे रुतबे लहू बहा के लिए, अपील करता हूं हज करो जहां आकर, इस्तदा करता हूं सिंहों की करबला के लिए। हुण ये बड़ी वड्डी गल सी, एक मुसलमान कवि होवे ਤੇ ਉਹ ਸਾਰੇ ਧਰਮ ਦੀਆਂ ਵਿਚਾਰਧਾਰਾਵਾਂ ਨੂੰ, ਆਪਣੇ ਧਰਮ ਨੂੰ ਵੀ ਨਕਾਰ ਕੇ, ਆਪਣੇ ਨੂੰ ਵੀ ਕਈ ਹੋਰ ਵੀ ਧਰਮਾਂ ਨੂੰ ਨਕਾਰ ਕੇ, ਮੈਂ ਉਹਦੀ ਇੱਕ ਹੋਰ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ। ਸਾਹਿਬਜ਼ਾਦਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ 'ਚ ਜਾਣ ਦੀ ਗੁਰੂ ਪਿਤਾ ਕੋਲ ਇਜਾਜ਼ਤ ਮੰਗਦੇ ਨੇ ਨਾ, ਤੇ ਇਹ ਕਵੀ ਆਪਣੀ ਇੱਕ ਭਾਵਨਾ ਪ੍ਰਗਟ ਕਰਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਲਈ ਪਤਾ ਕੀ ਕਿਹਾ? ਕੁਰਬਾਨ ਪਿਤਰ ਕੋ ਕੋਈ ਇਨਕਾਰ ਨਹੀਂ ਹੈ। ਕਹਿੰਦੇ ਜੁਝਾਰ ਸਿੰਘ ਮੈਨੂੰ ਇੰਨੀ ਖੁਸ਼ੀ ਹੋਈ ਨਾ ਕਿ ਮੈਨੂੰ ਕਹਿਣਾ ਨਹੀਂ ਪਿਆ ਜੁਝਾਰ ਸਿੰਘ ਹੁਣ ਤੇਰੀ ਵਾਰੀ ਹੈ, ਮੈਂ ਤੇ ਕੁਰਬਾਨ ਜਾਨਾ ਹੈ ਤੇਰੇ ਤੋਂ, ਤੂੰ ਆਪੇ ਹੀ ਤੁਰ ਕੇ ਆ ਗਿਆ। ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ, ਪਰ ਸਿਨ ਖੇਲ ਕਾ ਹੈ ਰਨ ਕਾ ਸਜ਼ਾਵਾਰ ਨਹੀਂ ਹੈ। ਸਿਨ ਕਹਿੰਦੇ ਉਮਰ ਨੂੰ। ਕਹਿੰਦੇ ਜੁਝਾਰ ਸਿੰਘ ਤੇਰੀ ਉਮਰ ਬੜੀ ਛੋਟੀ ਹੈ,
ਤੇ ਤੂੰ ਅਜੇ ਇਕੱਲੇ ਤੌਰ ਤੇ ਕੋਈ ਜੰਗ ਨਹੀਂ ਲੜੀ। ਚਲਾਨੀ ਆਤੀ ਅਭੀ ਤੁਮੇ ਤਲਵਾਰ ਨਹੀਂ ਹੈ, ਜੇ ਗੁਲਸਾ ਬਦਨ ਕਾਬਲੇ ਸੁਫਾਰ ਨਹੀਂ ਹੈ। ਸੁਫਾਰ ਕਿਹਾ ਜਾਂਦਾ ਸਪੀਅਰ ਹੈਡਸ, ਐਰੋ ਹੈਡਸ, ਤੀਰਾਂ ਦੀਆਂ ਨੋਕਾਂ। ਕਹਿੰਦੇ ਜੁਝਾਰ ਸਿੰਘ ਤੇਰਾ ਇਹ ਨਾਜ਼ੁਕ ਜਿਹਾ ਫੁੱਲ ਵਰਗਾ ਬਦਨ ਦੱਸ ਕਿੰਨੇ ਕੁ ਤੀਰਾਂ ਦੀਆਂ ਨੋਕਾਂ ਨੂੰ ਬਰਦਾਸ਼ਤ ਕਰ ਸਕਦਾ ਹੈ। ਪਰ ਕਹਿੰਦੇ ਹੁਣ ਇੱਕ ਮੇਰੀ ਗੱਲ ਸੁਣੀ, ਜਬ ਤੀਰ ਕਲੇਜੇ ਮੇ ਲਗੇ ਤੋ ਸੀ ਨਹੀਂ ਕਰਨਾ। ਜਦੋਂ ਤੇਰੇ ਛਾਤੀ 'ਚ ਆ ਕੇ ਦੁਸ਼ਮਣ ਦਾ ਤੀਰ ਲੱਗੇਗਾ ਤੂੰ ਸੀ ਨਹੀਂ ਕਰਨਾ। ਉਫ ਮੂੰਹ ਸੇ ਮੇਰੀ ਜਾਨ ਕਭੀ ਵੀ ਨਾ ਉਚਰਨਾ। लो आओ बेटा आओ तुम्हें खूब सजा दें, छोटी सी तेग छोटी सी कलगी सजा दें। लो जाओ बेटा युद्ध में जो जौहर दिखाना, दुश्मन हो खौफ दंग रह जाए जमाना। फिर अगे कहते ने ख्वाहिश है तुम्हें तेग चलाते हुए देखें, हम आंख से बरशी तुम्हें खाते हुए देखें। ਹੁਣ ਕਿੱਥੇ ਐਵੇਂ ਦਾ ਰਹਿਬਰ ਹੋ ਸਕਦਾ ਹੈ? ਆਪਣੇ ਪੁੱਤਰ ਦੇ ਵਾਸਤੇ ਖਾਹਿਸ਼ ਕਹਿ ਰਹੇ ਨੇ ਕਿ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਬੇਟਾ ਤੈਨੂੰ ਸ਼ਹੀਦ ਹੁੰਦਾ ਵੇਖਣਾ ਚਾਹੁੰਦਾ, ਪਰ ਖਾਲਸੇ ਨੂੰ ਕਹਿ ਰਹੇ ਨੇ ਕਿ ਤੁਸੀਂ ਖਤਮ ਹੀ ਨਹੀਂ ਹੋ ਸਕਦੇ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਜਿਹੜੇ ਪੁੱਤਰ ਨੇ ਜਾਨ ਤੋਂ ਪਿਆਰੇ, ਉਹਨਾਂ ਨੂੰ ਕਹਿ ਰਹੇ ਨੇ ਮੈਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖਣਾ ਚਾਹੁੰਦਾ, ਤੇ ਖਾਲਸੇ ਨੂੰ ਕਹਿ ਰਹੇ ਹੋ ਕਿ ਨਹੀਂ ਤੁਸੀਂ ਮੇਰੇ ਪਿੰਡ ਪ੍ਰਾਣ ਹੋ, ਤੁਸੀਂ ਮੇਰੀ ਜਾਨ ਕੀ ਜਾਨ ਹੋ, ਤੁਸੀਂ ਮੇਰਾ ਖਾਸ ਰੂਪ ਹੋ। ਖਾਲਸੇ ਨੂੰ ਪੁੱਤਰਾਂ ਤੋਂ ਵੱਧ ਪਿਆਰ। ਫਿਰ ਇੱਥੇ ਆ ਕੇ ਉਹ ਮੁਸਲਮਾਨ ਕਵੀ ਨਾ ਸਾਰਿਆਂ ਦੇ ਸਾਹਮਣੇ ਇੱਕ ਸਵਾਲ ਰੱਖਦਾ। ਉਹ ਕੇਵਲ ਸਿੱਖਾਂ ਦੀ ਗੱਲ ਨਹੀਂ ਕਰਦਾ, ਹਿੰਦੂਆਂ ਦੀ ਗੱਲ ਨਹੀਂ ਕਰਦਾ, ਇਸਲਾਮ ਦੀ ਗੱਲ ਨਹੀਂ ਕਰਦਾ, ਉਹ ਸਾਰਿਆਂ ਦੇ ਸਾਹਮਣੇ ਇੱਕ ਸਵਾਲ ਰੱਖਦਾ। ਕਹਿੰਦਾ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ ਕਿ ਜੇਕਰ ਦੁਨੀਆ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾ ਹੁੰਦਾ, ਫਿਰ ਜੇ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਇਤਿਹਾਸ ਦੇ ਵਿੱਚ ਨਾ ਹੁੰਦੇ ਤੇ ਫਿਰ ਉਹ ਆਪਣੇ ਤੇ ਬਾਕੀ ਧਰਮਾਂ ਦੀਆਂ ਬਹੁਤ ਸਾਰੀਆਂ ਤਸ਼ਬੀਹਾਂ, ਐਗਜ਼ੈਂਪਲਸ, ਉਦਾਹਰਨਾਂ ਸਾਡੇ ਸਾਹਮਣੇ ਰੱਖਦਾ। ਕਹਿੰਦਾ ਯਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਯਕੂਬ ਤੇ ਯੂਸਫ ਪਿਤਾ ਤੇ ਪੁੱਤਰ, ਇਹਦੇ ਉੱਪਰ ਫਿਲਮਾਂ ਵੀ ਬਣੀਆਂ ਨੇ ਹਾਲੀਵੁੱਡ ਦੇ ਵਿੱਚ। ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੂਰਤ ਵੀ ਹੈ ਜਿਸ ਨੂੰ ਸੂਰਾ ਯੂਸਫ ਕਿਹਾ ਜਾਂਦਾ। ਪਿਤਾ ਤੇ ਪੁੱਤਰ ਦੀ ਸਾਰੀ ਕਹਾਣੀ ਹੈ ਕੁਰਾਨ ਸ਼ਰੀਫ ਦੇ ਵਿੱਚ। ਪਿਤਾ ਤੇ ਪੁੱਤਰ ਦਾ ਵਿਛੋੜਾ ਪੈ ਗਿਆ ਤੇ ਜਦੋਂ ਪਿਤਾ ਨੂੰ ਪੁੱਤਰ ਮਿਲਿਆ 18-20 ਸਾਲ ਦੇ ਬਾਅਦ ਵਿਛੋੜੇ ਦੇ ਵਿੱਚ ਬਾਪ ਰੋ ਰੋ ਕੇ ਅੰਨਾ ਹੋ ਚੁੱਕਾ ਸੀ, ਵੇਖ ਹੀ ਨਹੀਂ ਸਕਿਆ ਆਪਣੇ ਪੁੱਤਰ ਨੂੰ। ਕਹਿੰਦਾ ਕਿ ਪਿਤਾ ਤੇ ਪੁੱਤਰ ਦਾ ਮੋਹ ਦਾ ਰਿਸ਼ਤਾ ਐਵੇਂ ਦਾ ਹੁੰਦਾ। ਯਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਫਿਰ ਅਗਲੀ ਗੱਲ ਉਹ ਕਹਿੰਦਾ ਉਸ ਤੋਂ ਅੱਗੇ ਕਹਿੰਦਾ ਕਿ ਜਿਹੜੇ ਭਗਵਾਨ ਰਾਮ ਨੇ ਲక్ష్మణ ਸਾਹਿਬ ਬਰਾਦਰ ਪਾਏ ਤਸਕੀਨੇ ਜ਼ਿਗਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਉਹ ਕਹਿੰਦਾ ਕਿ ਭਗਵਾਨ ਰਾਮ ਬਨਵਾਸ ਨੂੰ ਗਏ ਨੇ, ਪਿਤਾ ਨੂੰ ਇਹ ਵੀ ਪਤਾ ਹੈ 14 ਸਾਲ ਬਾਅਦ ਵਾਪਸ ਆ ਜਾਣਾ, ਫਿਰ ਵੀ ਦਸ਼ਰਥ ਸਦਮਾ ਨਹੀਂ ਬਰਦਾਸ਼ਤ ਕਰ ਸਕਿਆ। ਹਾਲਾਂਕਿ ਭਰਾ ਵੀ ਨਾਲ ਸੀ। ਲక్ష్మణ ਸਾਹਿਬ ਬਰਾਦਰ ਪਾਏ ਤਸਕੀਨੇ ਜ਼ਿਗਰ ਥਾ। ਫਿਰ ਉਹ ਅਗਲੀ ਗੱਲ ਕਰਦਾ, ਕਹਿੰਦਾ ਬਾਕੀ ਹੈ ਕਨਈਆ ਤਾਂ ਨਹੀਂ ਉਸਕਾ ਪਿਸਰ ਥਾ, सच है गुरु गोविंद का रुतबा ही दिगर था। कटवा दिए शिश सामने गीता को सुनाकर, रूह फूक दी गोबिंद ने औलाद कटाकर। कहता फिर महाभारत की जंग की गल करिए तो गीता के उपदेश के नाल ਜਿਹੜੇ ਯੋਧੇ ਲੜਾਏ ਗਏ ਨੇ ਉਹਨਾਂ ਦੇ ਵਿੱਚ ਭਗਵਾਨ ਦਾ ਆਪਣਾ ਪੁੱਤਰ ਤਾਂ ਕੋਈ ਹੈ ਹੀ ਨਹੀਂ। ਪਰ ਕਹਿੰਦਾ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੇ ਦੁਨੀਆ ਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਦੁਨੀਆ ਦੇ ਧਾਰਮਿਕ ਜਗਤ ਦੇ ਵਿੱਚ ਇੱਕ ਵੀ ਉਦਾਹਰਨ ਐਵੇਂ ਦੀ ਨਹੀਂ ਸੀ ਹੋਣੀ। ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਪੜਾਇਆ। ਕਿ ਕੋਈ ਐਸਾ ਰਹਿਬਰ ਵੀ ਹੋ ਸਕਦਾ ਹੈ ਕਿ ਆਪਣੀ ਕੌਮ ਦੀ ਝੋਲੀ ਦੇ ਵਿੱਚ ਆਪਣੇ ਚਾਰ ਪੁੱਤਰਾਂ ਦੇ ਸਿਰ ਪਾ ਦੇਵੇ ਤੇ ਉਹਦੀ ਅੱਖਾਂ 'ਚ ਹੰਝੂ ਨਾ ਹੋਣ। ਕਹਿੰਦਾ ਇੱਕ ਵੀ ਉਦਾਹਰਨ ਇਤਿਹਾਸ 'ਚ ਨਹੀਂ ਸੀ ਹੋਣੀ। ਹੁਣ ਜਦੋਂ ਇਹਨੇ ਇਹ ਗੱਲਾਂ ਕੀਤੀਆਂ ਤੇ ਇਹਨੂੰ ਲਾਹੌਰ ਦੀ ਮਸਜਿਦ, ਜਿਹੜੀ ਸ਼ਾਹੀ ਮਸਜਿਦ ਹੈ ਜਿਸ ਨੂੰ ਬਾਦਸ਼ਾਹੀ ਮਸਜਿਦ ਵੀ ਕਿਹਾ ਜਾਂਦਾ, ਮਸਜਿਦ ਪੇਸ਼ ਵੀ ਕਿਹਾ ਜਾਂਦਾ, ਉਹਦੇ ਕਾਜ਼ੀ ਨੇ ਮੁਰਤਜ਼ ਕਰ ਦਿੱਤਾ, ਐਕਸਕਮਿਊਨੀਕੇਟ ਕਰ ਦਿੱਤਾ, ਫਤਵਾ ਜਾਰੀ ਕਰ ਦਿੱਤਾ। ਕਹਿੰਦਾ ਹੁਣ ਤੂੰ ਮੁਸਲਮਾਨ ਨਹੀਂ ਰਿਹਾ, ਤਾਰੀਫ ਸਿੱਖਾਂ ਦੇ ਗੁਰੂ ਦੀ ਕਰ ਰਿਹਾ ਤੇ ਕਹਿੰਦਾ ਮੁਸਲਮਾਨ ਹੈ। ਕਹਿੰਦਾ ਕਿ ਹੁਣ ਜਾਂ ਤਾਂ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗ ਕਿ ਮੈਂ ਗੁਰੂ ਗੋਬਿੰਦ ਸਿੰਘ ਤੇ ਉਸਦੇ ਫਰਜ਼ੰਦਾਂ ਦੇ ਬਾਰੇ ਜੋ ਕਿਹਾ ਗਲਤ ਕਿਹਾ, ਜਾਂ ਫਿਰ ਜਦੋਂ ਤੇਰੀ ਮੌਤ ਹੋ ਜਾਵੇਗੀ ਨਾ ਤੇਰੀ ਨਮਾਜ਼ੇ ਜਨਾਜ਼ਾ ਪੜ੍ਹੀ ਜਾਵੇਗੀ, ਨਾ ਨਮਾਜ਼ੇ ਮਈਅਤ ਪੜ੍ਹੀ ਜਾਵੇਗੀ, ਨਾ ਤੇਰਾ ਕਫਨ ਤੇ ਦਫਨ ਇਸਲਾਮ ਦੀਆਂ ਰਸਮਾਂ ਦੇ ਮੁਤਾਬਕ ਕੀਤਾ ਜਾਵੇਗਾ। ਇਹ ਫਤਵਾ ਜਾਰੀ ਕਰ ਦਿੱਤਾ। ਬੁੱਢਾ ਹੋ ਗਿਆ, ਬਿਲਕੁਲ ਮੌਤ ਦੇ ਬਿਸਤਰ ਦੇ ਉੱਪਰ ਪਿਆ ਹੈ। ਇਸ ਕਾਜ਼ੀ ਨੂੰ ਜਾ ਕੇ ਕਿਸ ਨੇ ਦੱਸਿਆ, ਕਹਿੰਦਾ ਹਕੀਮ ਜੀ ਬੜੇ ਬਜ਼ੁਰਗ ਹੋ ਗਏ ਨੇ, ਕਹਿੰਦਾ ਲੱਗਦਾ 1-2 ਦਿਨ ਹੀ ਕੱਢਣਗੇ ਤੇ ਕਾਜੀ ਸਾਹਿਬ ਤੁਸੀਂ ਜਾਓ ਉਹਨਾਂ ਦੇ ਕੋਲ, ਜੇ ਕਿਤੇ ਆਪਣੀ ਗਲਤੀ ਦੀ ਮਾਫੀ ਮੰਗ ਲੈਣ ਤੇ ਬੜਾ ਵੱਡਾ ਸਵਾਬ ਹੈ, ਪੁੰਨ ਦਾ ਕੰਮ ਹੈ ਕਿ ਦੁਬਾਰਾ ਧਰਮ ਦੇ ਵਿੱਚ ਆ ਜਾਣਗੇ।
ਇਹ ਕਾਜ਼ੀ ਕਲਮ ਤੇ ਕਾਗਜ਼ ਲੈ ਕੇ ਗਿਆ ਕਿ ਸ਼ਾਇਦ ਬੋਲ ਨਹੀਂ ਸਕਦੇ ਹੋਣਗੇ। ਇਹਦੇ ਉੱਪਰ ਆਪਣੇ ਕੋਲ ਹੀ ਜੋ ਕੁਝ ਉਹਨਾਂ ਕੋਲ ਖੋਣਾ ਸੀ ਲਿਖ ਕੇ ਲੈ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਹੈ ਕਿ ਜੋਗੀ ਜੀ ਇੱਥੇ ਦਸਤਖਤ ਕਰ ਦਿਓ। ਕਹਿੰਦੇ ਕੀ ਲਿਖਿਆ ਹੈ? ਕਹਿੰਦਾ ਇਹਦੇ ਉੱਪਰ ਲਿਖਿਆ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਤਾਰੀਫ ਕੀਤੀ ਗਲਤ ਕੀਤੀ ਹੈ, ਗੁਰੂ ਗੋਬਿੰਦ ਸਿੰਘ ਕਾਫਰ ਸੀ। ਕਹਿੰਦਾ ਹੋਰ? ਕਹਿੰਦਾ ਇੱਕ ਮੈਂ ਲਿਖਿਆ ਕਿ ਜਿਹੜੀ ਮੈਂ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਤਾਰੀਫ ਕੀਤੀ ਹੈ ਉਹ ਵੀ ਗਲਤ ਹੈ। ਇਸਲਾਮ ਦੇ ਵੱਡੇ ਸ਼ਹੀਦ ਜਿਹੜੇ ਨੇ ਉਹ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ, ਅਲੀ ਅਲ ਅਕਬਰ ਤੇ ਅਲੀ ਅਲ ਅਸਗਰ ਨੇ। ਕਹਿੰਦਾ ਇਹ ਵੀ ਗਲਤ ਲਿਖਿਆ ਤੁਸੀਂ। ਕਹਿੰਦਾ ਹੋਰ? ਕਹਿੰਦਾ ਇੱਕ ਤੁਸੀਂ ਮਾਤਾ ਗੁਜਰੀ ਦੀ ਤਾਰੀਫ ਕੀਤੀ ਆ ਉਹ ਵੀ ਲਿਖੋ ਕਿ ਉਹ ਕਾਫਰ ਸੀ। ਜੇਕਰ ਦੁਨੀਆ ਦੇ ਵਿੱਚ ਕੋਈ ਪਵਿੱਤਰ ਤੇ ਪਾਵਨ ਪਿੱਤਰ ਜਿਹੜੀ ਪੂਜਣਯੋਗ ਔਰਤ ਹੈ ਉਹ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਮਾ ਹੈ। ਤੁਸੀਂ ਇਹਨਾਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਕੇ ਦਸਤਖਤ ਕਰ ਦਿਓ। ਤੇ ਕਹਿੰਦੇ ਜੇ ਮੈਂ ਨਾ ਕਰਾਂ ਤੇ ਕਹਿੰਦੇ ਫੇਰ ਜਦੋਂ ਤੁਹਾਡੀ ਮੌਤ ਹੋਵੇਗੀ ਨਮਾਜ਼ੇ ਜਨਾਜ਼ਾ ਵੀ ਨਹੀਂ ਪੜਾਂਗੇ, ਨਮਾਜ਼ੇ ਮਈਅਤ ਵੀ ਨਹੀਂ ਪੜਾਂਗੇ, ਨਾ ਤੁਹਾਡੀ ਇਸਲਾਮ ਦੀ ਰਸਮ ਦੇ ਮੁਤਾਬਕ ਕਫਨ ਤੇ ਦਫਨ ਦੀ ਰਸਮ ਹੋਵੇਗੀ। ਤੇ ਗੁਰੂ ਕਿਰਪਾ ਕਰੇ ਜਿਹੜਾ ਨਿਸ਼ਚਾ ਇਸ ਮੁਸਲਮਾਨ ਦਾ ਕਿਤੇ ਸਾਡਾ ਵੀ ਬਣ ਜਾਵੇ। ਕਹਿੰਦਾ ਹੋਰ ਕੀ ਹੋਵੇਗਾ? ਇਤਨਾ ਕਫਨ ਦਫਨ ਨਾ ਕਰਿਓ, ਹੋਰ ਕੀ ਹੋਵੇਗਾ? ਕਹਿੰਦੇ ਤੇਰੇ ਵਾਸਤੇ ਜੰਨਤ ਦੇ ਦਰਵਾਜ਼ੇ ਵੀ ਬੰਦ ਤੇ ਤੇਰੇ ਵਾਸਤੇ ਮੁਹੰਮਦ ਸਾਹਿਬ ਦੀ ਗੋਦ ਵੀ ਨਹੀਂ ਹੈ। ਤੂੰ ਕਿਤੇ ਵੀ ਪ੍ਰਵਾਨ ਨਹੀਂ ਇਸਲਾਮ ਦੇ ਵਿੱਚ। ਉਹਨੇ ਪਤਾ ਕੀ ਕਿਹਾ? ਕਹਿੰਦਾ ਮੈਨੂੰ ਮਰ ਜਾਣ ਦਿਓ, ਮੇਰੀ ਨਮਾਜ਼ੇ ਜਨਾਜ਼ਾ ਵੀ ਨਾ ਪੜਿਓ, ਮੇਰੀ ਨਮਾਜ਼ੇ ਮਈਅਤ ਵੀ ਨਾ ਪੜਿਓ, ਮੇਰੀ ਲਾਸ਼ ਨੂੰ ਰੁਲਦਾ ਰਹਿਣ ਦਿਓ, ਮੇਰਾ ਕਫਨ ਤੇ ਦਫਨ ਵੀ ਨਾ ਕਰਿਓ। ਤੁਸੀਂ ਜੰਨਤ ਦੀ ਗੱਲ ਕਰਦੇ ਹੋ, ਮੈਂ ਜੰਨਤ 'ਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜਾ ਤੁਸੀਂ ਇਹ ਗੱਲ ਕਹਿੰਦੇ ਨਾ ਤੂੰ ਮੁਹੰਮਦ ਸਾਹਿਬ ਦੀ ਗੋਦ 'ਚ ਨਹੀਂ ਜਾ ਸਕਦਾ, ਕਹਿੰਦਾ ਮੈਨੂੰ ਲੋੜ ਹੀ ਨਹੀਂ। ਮੈਨੂੰ ਇੰਜ ਲੱਗਦਾ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਦੀ ਗੋਦ ਉਡੀਕਦੀ ਹੈ, ਮੈਨੂੰ ਤਾਂ ਉਹ ਗੋਦ ਉਡੀਕ ਰਹੀ ਹੈ। ਸੋ ਇਹ ਹੈ ਉਹ ਸਾਹਿਬ ਜਿਸ ਸਾਹਿਬ ਨੇ ਸਾਡੀ ਝੋਲੀ 'ਚ ਇਹ ਗੱਲ ਪਾ ਦਿੱਤੀ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਸੋ ਇਹਨਾਂ ਗੁਣਾਂ ਨੂੰ ਸਮਝਣ ਦਾ, ਇਹਨਾਂ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰੀਏ। ਇਹ ਸਾਡੇ ਦਿਨ ਬਣਾਉਣੇ ਜਿਹੜੇ ਨੇ ਉਹ ਤਾਂ ਸਫਲ ਨੇ। ਵਕਤ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ